हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 13ਵੇਂ ਐਸੇ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਸ ਜਿਸ ਨੂੰ ਕਿ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੇ ਅੱਜ ਅਸੀਂ ਕੁਐਸਚਨ ਆਨਸਰਸ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ ਇਸ ਚੈਪਟਰ ਦੇ 2 ਵੀਡੀਓਜ਼ ਕਵਰ ਕਰ ਲਏ ਨੇ। ਪਹਿਲੇ ਵੀਡੀਓ ਦੇ ਵਿੱਚ ਅਸੀਂ ਇਸ ਚੈਪਟਰ ਦੇ ਰਾਈਟਰ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਦਿੱਤਾ ਹੋਇਆ ਹੈ ਉਸ ਨੂੰ ਕਵਰ ਕੀਤਾ ਹੈ ਅਤੇ ਨਾਲ ਹੀ ਇਸ ਚੈਪਟਰ ਦੇ ਆਲਮੋਸਟ ਹਾਫ ਆਫ ਦਾ ਟੈਕਸਟ ਨੂੰ ਕਵਰ ਕੀਤਾ ਹੈ। ਤਾਂ ਇਸ ਟੈਕਸਟ ਦੇ ਵਿੱਚ ਜੋ ਵੀ ਬੱਚਿਓ ਇੰਪੋਰਟੈਂਟ ਗਲੋਸਰੀ ਦੇ ਵਰਡਸ ਆਏ ਨੇ ਜਾਂ ਡਿਫਿਕਲਟ ਵਰਡਸ ਆਏ ਨੇ ਉਹਨਾਂ ਨੂੰ ਮੈਂ ਤੁਹਾਨੂੰ ਨਾਲ ਦੀ ਨਾਲ ਐਕਸਪਲੇਨ ਕੀਤਾ ਹੈ। ਤਾਂ ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਇਸੇ ਤਰ੍ਹਾਂ ਬੱਚਿਓ ਇਸ ਚੈਪਟਰ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਇਸ ਦਾ ਬਾਕੀ ਰਹਿੰਦਾ ਹੋਇਆ ਸਾਰਾ ਟੈਕਸਟ ਕਵਰ ਕੀਤਾ ਹੈ। ਸਾਰੇ ਗਲੋਸਰੀ ਦੇ ਵਰਡਸ ਐਕਸਪਲੇਨ ਤਾਂ ਕੀਤੇ ਹੀ ਹਨ ਅਤੇ ਨਾਲ ਹੀ ਜੋ ਵੀ ਇਸ ਚੈਪਟਰ ਦੇ ਨਾਲ ਇੰਪੋਰਟੈਂਟ ਟਰਮਸ ਜਾਂ ਇਵੈਂਟਸ ਆਈਆਂ ਨੇ ਉਹ ਵੀ ਮੈਂ ਨਾਲੋਂ ਨਾਲ ਐਕਸਪਲੇਨ ਕੀਤੀਆਂ ਨੇ। ਤਾਂ ਜੇਕਰ ਬੱਚਿਓ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਤੁਸੀਂ ਵੀਡੀਓ ਦੇ ਟੌਪ ਰਾਈਟ ਕਾਰਨਰ ਤੇ ਦਿੱਤੇ ਹੋਏ ਲਿੰਕ ਤੇ ਜਾ ਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ। ਸਟੂਡੈਂਟਸ, ਇਸ ਚੈਪਟਰ ਦੇ ਟੈਕਸਟ ਤੋਂ ਬਾਅਦ ਐਕਸਰਸਾਈਜ਼ ਵਾਲੇ ਪੋਰਸ਼ਨ ਦੇ ਵਿੱਚ ਤੀਸਰੇ ਨੰਬਰ ਦੇ ਉੱਤੇ ਸਾਨੂੰ ਇਸ ਚੈਪਟਰ ਦੇ ਨਾਲ ਰਿਲੇਟਡ ਬਹੁਤ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਦਿੱਤੇ ਗਏ ਨੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ। ਇਹ ਕਾਫੀ ਜ਼ਿਆਦਾ ਕੁਐਸਚਨਸ ਨੇ ਜੀ, ਕਈਆਂ ਦੇ ਸਬ ਪਾਰਟਸ ਵੀ ਨੇ। ਤਾਂ ਮੈਂ ਬੱਚਿਓ ਇਹਨਾਂ ਦੇ ਵਿੱਚੋਂ ਆਲਮੋਸਟ ਸਾਰੇ ਕੁਐਸਚਨਸ ਅੱਜ ਵਾਲੇ ਵੀਡੀਓ ਦੇ ਵਿੱਚ ਕਵਰ ਕੀਤੇ ਨੇ ਅਤੇ ਨਾਲ ਹੀ ਜੋ ਵੀ ਮੈਨੂੰ ਲੱਗਦੇ ਨੇ ਕਿ ਹੋਰ ਵੀ ਕੋਈ ਕੁਐਸਚਨ ਇਸ ਚੈਪਟਰ ਦੇ ਵਿੱਚੋਂ ਬਣ ਸਕਦਾ ਹੈ ਤਾਂ ਮੈਂ ਉਹ ਸਾਰੇ ਕੁਐਸਚਨਸ ਦੇ ਆਨਸਰਸ ਬੜੇ ਹੀ ਸਿੰਪਲ ਸੈਂਟੈਂਸਿਸ ਦੇ ਵਿੱਚ ਬਣਾ ਕੇ ਤੁਹਾਨੂੰ ਸਮਝਾਏ ਨੇ। ਪਰੰਤੂ ਬੱਚਿਓ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਇਹ ਕੁਐਸਚਨ ਆਨਸਰਸ ਕਵਰ ਕਰਨੇ ਨੇ ਤਾਂ ਇਸ ਤੋਂ ਪਹਿਲਾਂ ਤੁਸੀਂ ਇਸ ਚੈਪਟਰ ਦੇ ਟੈਕਸਟ ਨੂੰ ਜ਼ਰੂਰ ਪੜ੍ਹੋ ਜੋ ਕਿ 2 ਵੀਡੀਓਜ਼ ਦੇ ਵਿੱਚ ਕਵਰ ਕੀਤਾ ਹੋਇਆ ਜਿਸ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ। ਓਕੇ ਬੇਟਾ, ਅਸੀਂ ਚੈਪਟਰ ਆਪਣਾ ਕੰਪਲੀਟ ਕਰ ਲਿਆ ਸੀਗਾ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਸ ਤੇ ਇਸ ਦੇ ਆਪਣੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਹੈ ਉਹ ਆਪਾਂ ਕਵਰ ਕਰਦੇ ਹਾਂ। ਬੇਟਾ ਜਿਹੜਾ ਪੇਪਰ ਦੇ ਵਿੱਚ ਕੁਐਸਚਨ ਆਣਗੇ ਉਹ ਸ਼ਾਰਟ ਆਨਸਰ ਟਾਈਪ ਕੁਐਸਚਨ ਆਉਂਦੇ ਆ ਡੀਅਰ ਟੂ ਆਲ ਦਾ ਮਿਊਜ਼ਿਸ ਵਾਲੀ ਬੁੱਕ ਦੇ ਵਿੱਚੋਂ ਤੇ ਦੂਸਰੇ ਆਉਂਦੇ ਆ ਤੁਹਾਡੇ ਕੰਪਰੀਹੈਂਸ਼ਨ ਦੇ ਲਈ ਤੁਸੀਂ ਚੈਪਟਰ ਸਮਝ ਚੁੱਕੇ। ਦੇਖੋ ਕੰਪਰੀਹੈਂਸ਼ਨ ਆਉਣ ਦੇ ਜ਼ਿਆਦਾ ਚਾਂਸ ਹੈ ਇਸ ਚੈਪਟਰ 'ਚ, ਜਿਹੜਾ 10 ਨੰਬਰ ਦਾ ਕੰਪਰੀਹੈਂਸ਼ਨ ਆਉਂਦਾ ਨਾ ਉਸ ਚੈਪਟਰ ਤੋਂ ਜ਼ਿਆਦਾ ਚਾਂਸ ਹੈ। ਛੋਟੇ ਕੁਐਸਚਨ ਵੀ ਆ ਸਕਦੇ ਆ ਪਰ ਜ਼ਿਆਦਾ ਇੰਪੋਰਟੈਂਟ ਕੰਪਰੀਹੈਂਸ਼ਨ ਹੈ। ਮੈਨੂੰ ਐ ਲੱਗਦਾ ਵੀ ਸਭ ਤੋਂ ਇੰਪੋਰਟੈਂਟ ਕੁਐਸਚਨ ਜਿਹੜਾ ਕੰਪਰੀਹੈਂਸ਼ਨ ਵਾਲਾ ਬੰਦਾ ਨਾ ਉਹ ਇਸ ਚੈਪਟਰ 'ਚੋਂ ਬੰਦਾ। ਤਾਂ ਇਹਦਾ ਤੁਸੀਂ ਟੈਕਸਟ ਚੰਗੀ ਤਰ੍ਹਾਂ ਸਮਝ ਲੈਣਾ ਜੇ ਤੁਸੀਂ ਮਿਸ ਕੀਤਾ ਹੋਇਆ। ਤਾਂ ਬੇਟਾ ਸਾਡਾ ਫਰਸਟ ਕੁਐਸਚਨ ਹੈ ਕਿ ਵੈਨ ਵਾਜ਼ ਰਵਿੰਦਰਨਾਥ ਟੈਗੋਰ ਗਿਵਨ ਦਾ ਡਿਗਰੀ ਆਫ ਡਾਕਟਰ ਆਫ ਲਿਟਰੇਚਰ। ਦੇਖੋ ਪਹਿਲਾ ਵਰਡ ਦੇਖੋ ਵੈਨ ਦਾ ਮਤਲਬ ਹੁੰਦਾ ਹੈ ਸਮਾਂ। ਤਾਂ ਸਮਾਂ ਪੁੱਛਿਆ ਹੋਇਆ ਹੈ ਕਿ ਰਵਿੰਦਰਨਾਥ ਟੈਗੋਰ ਜੀ ਨੂੰ ਡਾਕਟਰ ਆਫ ਲਿਟਰੇਚਰ ਵਾਲੀ ਡਿਗਰੀ ਕਦੋਂ ਦਿੱਤੀ ਗਈ। ਮੈਂ ਤੁਹਾਨੂੰ ਦੱਸਿਆ ਸੀਗਾ ਚੈਪਟਰ ਦੀ ਐਕਸਪਲੇਨੇਸ਼ਨ ਵੇਲੇ ਕਿ ਡਾਕਟਰ ਆਫ ਲਿਟਰੇਚਰ ਵਾਲੀ ਡਿਗਰੀ ਨੂੰ ਆਪਾਂ ਡੀਲਿਟ ਜਾਂ ਕਈ ਵਾਰੀ PhD ਵੀ ਕਹਿ ਦਿੰਦੇ ਆ। ਤਾਂ ਇਹ ਜਿਹੜੀ ਹੈ ਡਿਗਰੀ ਉਸ ਟਾਈਮ ਕਦੋਂ ਦਿੱਤੀ ਗਈ ਇਹ। ਨੇਮ ਦਾ 2 ਪਰਸਨਸ ਹੂ ਵਰ ਆਸਕਡ ਟੂ ਕਨਫਰ ਦਾ ਡਿਗਰੀ ਔਨ ਟੈਗੋਰ। ਪਹਿਲੇ ਪੈਰੇ 'ਚ ਹੀ ਪਹਿਲੀ ਲਾਈਨ 'ਚ ਇਹਦਾ ਆਨਸਰ ਹੈ ਕਿ 2 ਪਰਸਨਸ ਦੇ ਨਾਮ ਲਿਖੋ। ਨੇਮ ਦਾ 2 ਪਰਸਨਸ ਜਿਨ੍ਹਾਂ ਨੇ ਕਿ ਟੈਗੋਰ ਨੂੰ ਇਹ ਡਿਗਰੀ ਕਨਫਰ ਕੀਤੀ ਸੀ। ਮੈਂ ਤੁਹਾਨੂੰ ਦੱਸਿਆ ਸੀ ਕਨਫਰ ਦਾ ਮਤਲਬ ਹੁੰਦਾ ਹੈ ਪ੍ਰਦਾਨ ਕਰਨਾ। ਕਿਹੜੇ 2 ਬੰਦੇ ਸੀ ਜਿਨ੍ਹਾਂ ਨੇ ਇਹ ਡਿਗਰੀ ਟੈਗੋਰ ਜੀ ਨੂੰ ਦਿੱਤੀ ਸੀ। ਫਿਰ ਤੀਸਰਾ ਕੁਐਸਚਨ ਹੈ, ਇੱਕੋ ਹੀ ਕੁਐਸਚਨ ਦੇਖੋ 3 ਕੁਐਸਚਨ ਹੈ। ਡਿਡ ਟੈਗੋਰ ਹੈਵ ਟੂ ਪ੍ਰੋਡਿਊਸ ਅ ਡਾਕਟਰਲ ਥੀਸਿਸ ਫॉर ਇਟ। ਦੇਖੋ ਇਹ ਜਿਹੜਾ ਕੁਐਸਚਨ ਹੈ ਇਹ ਡਿਡ ਨਾਲ ਸਟਾਰਟ ਹੋ ਰਿਹਾ ਹੈ। ਮੈਂ ਤੁਹਾਨੂੰ ਕਈ ਵਾਰੀ ਸਮਝਾਇਆ +1 ਕਲਾਸ ਵੀ ਦੱਸਿਆ ਸੀ ਕਿ ਜਦੋਂ ਵੀ ਕੋਈ ਕੁਐਸਚਨ ਕਿਸੇ ਹੈਲਪਿੰਗ ਵਰਬ ਨਾਲ ਸਟਾਰਟ ਹੁੰਦਾ ਹੈ ਡੂ, ਡਿਡ, ਹੈਜ਼, ਹੈਵ, ਹੈਡ, ਵਾਜ਼, ਵਰ, ਇਜ਼, ਐਮ, ਆਰ, ਕੈਨ, ਕੁਡ। ਤਾਂ ਜਦੋਂ ਵੀ ਬੇਟਾ ਕੋਈ ਹੈਲਪਿੰਗ ਵਰਬ ਨਾਲ ਕੁਐਸਚਨ ਸਟਾਰਟ ਹੁੰਦਾ ਹੈ ਤਾਂ ਉਸ ਦਾ ਮਤਲਬ ਸਿੰਪਲ ਹੁੰਦਾ ਹੈ ਕੱਕੇ ਨੂੰ ਬਿਹਾਰੀ ਕੀ। ਕਿ ਕੀ ਟੈਗੋਰ ਨੂੰ ਇਸ ਡਿਗਰੀ ਦੇ ਲਈ ਕੋਈ ਥੀਸਿਸ ਦੇਣਾ ਪਿਆ। ਥੀਸਿਸ ਦਾ ਮਤਲਬ ਕੀ ਹੁੰਦਾ ਬੇਟਾ, ਜਦੋਂ ਤੁਸੀਂ BA MA ਕਰ ਲੈਂਦੇ ਹੋ ਯੂਨੀਵਰਸਿਟੀ 'ਚ ਜਾਂਦੇ ਹੋ ਤਾਂ ਮਾਸਟਰ ਡਿਗਰੀ ਕਰਨ ਤੋਂ ਬਾਅਦ ਜਿਸ ਨੂੰ ਤੁਸੀਂ MA MSc MBA ਕਹਿੰਦੇ ਹੋ ਉਸ ਤੋਂ ਬਾਅਦ ਤੁਹਾਡੀ ਹਾਇਰ ਐਜੂਕੇਸ਼ਨ ਦੀ ਡਿਗਰੀ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਕੋਈ ਆਪਣੀ ਖੋਜ ਕਰਕੇ ਕੋਈ ਥੀਸਿਸ ਲਿਖਣਾ ਹੁੰਦਾ। ਫਿਰ ਤੁਸੀਂ ਡਾਕਟਰ ਬਣ ਜਾਂਦੇ ਹੋ ਕਿ ਤੁਸੀਂ ਕੋਈ ਖੋਜ ਕੀਤੀ ਤਾਂ ਉਸ ਨੂੰ ਥੀਸਿਸ ਕਿਹਾ ਜਾਂਦਾ ਹੈ। ਕਾਫੀ ਵੱਡੀ ਪੜ੍ਹਾਈ ਹੁੰਦੀ ਹੈ ਇਹ। ਤਾਂ ਥੀਸਿਸ ਜਦੋਂ ਤੁਸੀਂ ਲਿਖਦੇ ਹੋ
फिर तुहानू PhD दी या D.Litt दी डिग्री मिलती है, पहला नहीं मिलती। क्वेश्चन ये पूछा गया है कि की टैगोर ने कोई थीसिस लिखिया सी जिहदे करके उन्होंने लिटरेचर की डिग्री मिली? तुहानू की लगता है चैप्टर च आपां पढ़िया है कि कोई उन्होंने थीसिस की कोई गल आई पूरे चैप्टर च? नहीं आई। तो बेटा जिहड़े वधिया परसन होंदे हैं ना लिटरेचर दे विच, जिन्हां ने ऑलरेडी हुण मेरी गल सुनो, विलियम शेक्सपीयर है कि उन्होंने किसी थीसिस लिखण की लोड़ सी? ਉਹ ਜਿਨ੍ਹਾਂ ਦੇ ਲਿਖੇ ਹੋਏ ਡਰਾਮਾਸ, ਜਿਨ੍ਹਾਂ ਦੇ ਲਿਖੇ ਹੋਏ ਪੋਇਮਸ ਪੂਰੇ ਆਲ ਓਵਰ ਵਰਲਡ ਲੋਕੀ ਪਸੰਦ ਕਰਦੇ ਆ। MA ਇੰਗਲਿਸ਼ ਦੀਆਂ ਕਲਾਸਾਂ 'ਚ ਪੜ੍ਹਾਏ ਜਾਂਦੇ ਨੇ, BA 'ਚ +1 +2 'ਚ ਪੜ੍ਹਾਏ ਜਾਂਦੇ ਆ। ਉਹਨਾਂ ਨੂੰ ਥੀਸਿਸ ਲਿਖਣ ਦੀ ਕੀ ਲੋੜ ਹੈ ਬਈ? ਤਾਂ ਫਿਰ ਉਹਨਾਂ ਨੂੰ ਕੀ ਕਰਦੀ ਹੈ, ਜਿਹੜੇ ਵਧੀਆ ਵਧੀਆ ਕਾਲਜਿਸ ਜਾਂ ਯੂਨੀਵਰਸਿਟੀਆਂ ਹੁੰਦੀਆਂ ਉਹਨਾਂ ਨੂੰ ਬੁਲਾ ਕੇ ਬਿਨਾਂ ਥੀਸਿਸ ਤੋਂ ਹੀ ਡਿਗਰੀ ਦੇ ਦਿੰਦੀਆਂ, ਜਿਵੇਂ ਕਿ ਰਵਿੰਦਰਨਾਥ ਟੈਗੋਰ ਜੀ ਨੂੰ ਇਹ ਡਿਗਰੀ ਮਿਲੀ ਸੀ। ਤਾਂ ਅਸੀਂ ਇਹਦਾ ਆਨਸਰ ਲਿਖਾਂਗੇ, Rabindranath Tagore was given the degree of Doctor of Literature in August 1940। ਤਾਂ ਪਹਿਲੇ ਕੁਐਸਚਨ ਦਾ ਅਸੀਂ ਆਨਸਰ ਦਿੱਤਾ ਕਿ ਰਵਿੰਦਰਨਾਥ ਟੈਗੋਰ ਜੀ ਨੇ ਅਗਸਤ 1940 ਦੇ ਵਿੱਚ ਇਹ ਜਿਹੜੀ ਲਿਟਰੇਚਰ ਆਫ ਡਾਕਟਰ ਦੀ ਡਿਗਰੀ ਸੀ ਉਹ ਦਿੱਤੀ ਗਈ ਸੀ। ਤਾਂ ਸਿੰਪਲ ਇਹਦੇ 'ਚ ਯਾਦ ਰੱਖਣ ਵਾਲੀ ਜਿਹੜੀ ਗੱਲ ਆ ਉਹ ਕੀ ਹੈ? ਅਗਸਤ 1940। ਬਾਕੀ ਸਾਰੇ ਵਰਡਸ ਕੁਐਸਚਨ 'ਚ ਹੀ ਚੱਕੇ ਗਏ ਨੇ। ਅੱਗੇ ਹੈ ਕਿ ਸਰ ਮੌਰਿਸ ਗਵੇਅਰ ਐਂਡ ਸਰਵਪੱਲੀ ਰਾਧਾ ਕ੍ਰਿਸ਼ਨਨ ਵਰ ਆਸਕਡ ਟੂ ਕਨਫਰ ਦ ਡਿਗਰੀ ਔਨ ਟੈਗੋਰ। ਤਾਂ ਦੋ ਬੰਦਿਆਂ ਦਾ ਨਾਮ ਪੁੱਛਿਆ ਗਿਆ ਸੀ। ਉਹ ਦੋ ਬੰਦੇ ਕਿਹੜੇ ਆ ਜੀ? ਸਰ ਮੌਰਿਸ ਗਵੇਅਰ, ਇਹਨਾਂ ਦੀ ਹੁਣ ਡੈਥ ਹੋ ਚੁੱਕੀ, ਤੁਸੀਂ ਲੇਟ ਵੀ ਇਹਦੇ ਅੱਗੇ ਪਾ ਸਕਦੇ ਹੋ ਕਿ ਲੇਟ ਸਰ ਮੌਰਿਸ ਗਵੇਅਰ, ਅਤੇ ਸਰਵਪੱਲੀ ਰਾਧਾ ਕ੍ਰਿਸ਼ਨਨ। ਇਹਨਾਂ ਨੂੰ ਮਤਲਬ ਕਿਹਾ ਗਿਆ ਸੀ ਕਿ ਤੁਸੀਂ ਟੈਗੋਰ ਜੀ ਨੂੰ ਡਿਗਰੀ ਪ੍ਰਦਾਨ ਕਰਨੀ ਹੈ। ਤਾਂ ਇਹ ਦੋ ਪਰਸਨ ਦਾ ਨਾਮ ਆ ਗਿਆ, ਦੂਜੇ ਕੁਐਸਚਨ ਦਾ ਆਨਸਰ ਆ ਗਿਆ। ਤੀਸਰਾ ਸਾਨੂੰ ਯੈਸ ਔਰ ਨੋ 'ਚ ਆਨਸਰ ਪੁੱਛਿਆ ਹੋਇਆ ਹੈ ਕਿ ਕੀ ਟੈਗੋਰ ਜੀ ਨੇ ਕੋਈ ਥੀਸਿਸ ਲਿਖਿਆ ਸੀ? ਨਹੀਂ ਲਿਖਿਆ। ਤਾਂ ਅਸੀਂ ਸਿੰਪਲ ਲਿਖਾਂਗੇ ਨੋ, ਟੈਗੋਰ ਡਿਡ ਨੋਟ ਹੈਵ ਟੂ ਪ੍ਰੋਡਿਊਸ ਅ ਡਾਕਟਰਲ ਥੀਸਿਸ ਫॉर ਦਿਸ ਡਿਗਰੀ, ਕਿ ਟੈਗੋਰ ਨੂੰ ਕੋਈ ਥੀਸਿਸ ਲਿਖਣ ਦੀ ਲੋੜ ਨਹੀਂ ਪਈ ਇਹ ਡਿਗਰੀ ਲੈਣ ਦੇ ਲਈ। ਤਾਂ ਇਹ ਸਾਰੇ ਜਿਹੜੇ ਵਰਡਸ ਆ ਦੇਖੋ ਕੁਐਸਚਨ 'ਚੋਂ ਹੀ ਚੱਕੇ ਹੋਏ ਆ। ਤਾਂ ਅਸੀਂ ਬੇਸਿਕਲੀ 3 ਲਾਈਨਾਂ ਦੇ ਵਿੱਚ 3 ਜਿਹੜੇ ਵਰਡ ਚੰਗੀ ਤਰ੍ਹਾਂ ਯਾਦ ਕਰਨੇ ਆ ਉਹ ਹੈ ਅਗਸਤ 1940, ਸਰ ਮੌਰਿਸ ਗਵੇਅਰ ਐਂਡ ਸਰਵਪੱਲੀ ਰਾਧਾ ਕ੍ਰਿਸ਼ਨਨ, ਨੋ। ਸਾਡੇ ਆਨਸਰ ਕਲੀਅਰ ਹੋ ਗਏ। ਤਾਂ ਇਹ ਤਰੀਕਾ ਹੁੰਦਾ ਹੈ ਕਿਸੇ ਵੀ ਕੁਐਸਚਨ ਨੂੰ ਸਮਝਣ ਦਾ। ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਆ ਸਕਦਾ। ਤੇ ਸਾਨੂੰ ਇਹ ਵੀ ਪਤਾ ਬੇਟਾ ਕਿ ਜਦੋਂ ਉਹ ਡਾਕਟਰ ਆਫ ਲਿਟਰੇਚਰ ਦੀ ਡਿਗਰੀ ਮਿਲੀ ਸੀ ਉਸ ਦੇ ਵਿੱਚ ਲਿਖਿਆ ਗਿਆ ਸੀਗਾ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ, ਉਹਦੇ ਸਾਈਟੇਸ਼ਨ 'ਚ ਲਿਖਿਆ ਗਿਆ ਜਿੱਥੋਂ ਆਪਣੇ ਚੈਪਟਰ ਦਾ ਇਹ ਨਾਮ ਪਿਆ। ਸੈਕਿੰਡ ਕੁਐਸਚਨ ਹੈ ਜੀ ਕਿ ਵਾਈ ਵਾਸ ਟੈਗੋਰ ਕਾਲਡ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ। ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਜੀ, ਵੈਰੀ ਵੈਰੀ ਮੋਸਟ ਇੰਪੋਰਟੈਂਟ ਕੁਐਸਚਨ। ਜੇ ਮੈਂ ਹੋਵਾਂ ਤੇ ਮੈਨੂੰ ਸਰਕਾਰ ਕਹੇ ਕਿ ਦੀਪਕ ਸਰ ਪੇਪਰ ਬਣਾ ਦਿਓ ਤੇ ਇਸ ਚੈਪਟਰ 'ਚੋਂ ਕੋਈ ਕੁਐਸਚਨ ਪਾ ਦਿਓ ਤਾਂ ਮੈਂ ਇਹ ਪਾਉਂਗਾ ਜੀ। ਵੈਰੀ ਇੰਪੋਰਟੈਂਟ ਕੁਐਸਚਨ, ਕਿਉਂਕਿ ਦੇਖੋ ਬੁੱਕ ਦਾ ਜਿਹੜਾ ਨਾਮ ਹੈ ਉਹ ਵੀ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ ਹੈ, ਚੈਪਟਰ ਦਾ ਨਾਮ ਵੀ ਇਹੀ ਹੈ ਤੇ ਕੁਐਸਚਨ ਵੀ ਉਹਦੇ ਤੇ ਹੀ ਹੈ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ। ਮੈਂ ਤਾਂ ਇਹ ਕਹੂੰਗਾ ਕਿ ਪੂਰੀ ਬੁੱਕ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਇਹ। ਤਾਂ ਟੈਗੋਰ ਨੂੰ ਵਾਈ ਦਾ ਮਤਲਬ ਹੈ ਜੀ ਕਿਉਂ। ਕਿਉਂ ਟੈਗੋਰ ਨੂੰ ਸਾਰੀਆਂ ਮਿਊਜ਼ਿਕ ਦਾ ਮੋਸਟ ਡੀਅਰ ਕਿਹਾ ਗਿਆ? ਮੈਂ ਤੁਹਾਨੂੰ ਦੱਸਿਆ ਸੀ ਕਿ ਮਿਊਜ਼ਿਕ ਦਾ ਮਤਲਬ ਕੀ ਹੁੰਦਾ ਬੇਟਾ। ਮਿਊਜ਼ਿਕ ਦਾ ਮਤਲਬ ਗੋਡੈਸਿਸ ਨੂੰ ਕਿਹਾ ਜਾਂਦਾ ਹੈ, ਦੇਵੀਆਂ ਨੂੰ ਕਿਹਾ ਜਾਂਦਾ ਹੈ। ਹੁਣ ਗ੍ਰੀਕ ਮਾਈਥੋਲੋਜੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਬੇਸਿਕਲੀ 3 ਦੇਵੀਆਂ ਹੋਈਆਂ ਨੇ, ਮਿਊਜ਼ਿਕ ਦੀ ਹੈ, ਆਰਟ ਦੀ ਹੈ ਤੇ ਡਾਂਸ ਦੀ ਹੈ। ਤਾਂ ਉਹ ਸਾਰੀਆਂ ਦੇਵੀਆਂ ਦਾ ਡੀਅਰ ਕੌਣ ਸੀਗਾ, ਡੀਅਰੈਸਟ ਕੌਣ ਸੀਗਾ? ਤਾਂ ਟੈਗੋਰ ਜੀ ਸੀ। ਕਿਉਂ ਬਈ? ਸਾਰੀਆਂ ਕਲਾਵਾਂ ਦੀਆਂ ਦੇਵੀਆਂ ਨੂੰ ਟੈਗੋਰ ਪਸੰਦ ਕਿਉਂ ਸੀ? ਕੁਐਸਚਨ ਇਹ ਹੈ। ਤਾਂ ਇਹਦਾ ਮੈਂ ਬੜਾ ਡਿਟੇਲ ਤੁਹਾਨੂੰ ਚੈਪਟਰ ਦੇ ਵਿੱਚ ਸਮਝਾਇਆ ਹੈ। ਤਾਂ ਆਨਸਰ ਹੈ ਜੀ ਕਿ ਟੈਗੋਰ ਵਾਸ ਕਾਲਡ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ ਬਿਕੋਜ਼ ਹੀ ਐਕਸਪ੍ਰੈਸਡ ਹਿਮਸੈਲਫ ਇਨ ਵੇਰੀਅਸ ਫਾਰਮਸ ਆਫ ਆਰਟ, ਐਗਜ਼ਾਮਪਲ ਪੋਇਟਰੀ, ਸ਼ਾਰਟ ਸਟੋਰੀ, ਨੋਵਲ ਐਂਡ ਡਰਾਮਾ। ਟੈਗੋਰ ਨੂੰ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ ਕਿਹਾ ਗਿਆ। ਹੁਣ ਜਦੋਂ ਤੁਸੀਂ ਆ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ ਵਾਲਾ ਫਰੇਜ਼ ਪਾਣਾ ਹੈ, ਇਸ ਨੂੰ ਸਿੰਗਲ ਕੋਟ ਦੇ ਵਿੱਚ ਪਾਣਾ ਹੈ, ਕਿਉਂਕਿ ਇਹ ਵਾਲਾ ਜਿਹੜਾ ਫਰੇਜ਼ ਹੈ ਅਸੀਂ ਚੈਪਟਰ ਦੇ ਵਿੱਚੋਂ ਲਿਆ, ਆਪਣੇ ਕੋਲੋਂ ਤਾਂ ਬਣਾਇਆ ਨਹੀਂ। ਬੁੱਕ ਦਾ ਨਾਮ ਵੀ ਹੈ ਸਾਡੀ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ। ਐਕਸਪ੍ਰੈਸ ਦਾ ਮਤਲਬ ਹੁੰਦਾ ਬੇਟਾ ਜ਼ਾਹਿਰ ਕਰਨਾ। ਉਹਨਾਂ ਨੇ ਆਪਣੇ ਆਪ ਨੂੰ ਜ਼ਾਹਿਰ ਕੀਤਾ ਕਿਵੇਂ? ਇਨ ਵੇਰੀਅਸ ਫਾਰਮਸ ਆਫ ਆਰਟ, ਕਲਾ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ, ਕਿਸਮਾਂ ਦੇ ਵਿੱਚ। ਵੇਰੀਅਸ ਦਾ ਮਤਲਬ ਹੁੰਦਾ ਬਹੁਤ ਸਾਰੇ, ਆਰਟ ਦਾ ਮਤਲਬ ਤੁਸੀਂ ਜਾਣਦੇ ਹੋ ਕਲਾ ਨੂੰ ਕਿਹਾ ਜਾਂਦਾ। ਤੇ ਆਰਟ ਦੀ ਇਹ ਵੱਡੀ ਬਾਣੀ ਹੈ ਬਿਕੋਜ਼ ਅਸੀਂ ਆਰਟ ਦੇ ਵਿੱਚ ਉਹਨਾਂ ਸਾਰੀਆਂ ਆਰਟਸ ਨੂੰ ਅਸੀਂ ਇਨਕਲੂਡ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਜਿਵੇਂ ਡਾਂਸ ਹੋਈ, ਪੋਇਟਰੀ ਹੋਵੇ। ਇਸ ਕਰਕੇ ਇਹ ਵੱਡੀ ਬਾਣੀ ਹੈ। ਹੁਣ ਇਹ ਵੇਰੀਅਸ ਫਾਰਮਸ ਆਫ ਆਰਟ ਕਿਹੜੀਆਂ ਕਿਹੜੀਆਂ ਨੇ? ਐਗਜ਼ਾਮਪਲ ਦੇ ਤੌਰ ਤੇ ਈਜੀ ਦਾ ਮਤਲਬ ਕੀ ਹੁੰਦਾ ਜੀ? ਜਿਵੇਂ
ਜਿਵੇਂ ਪੋਇਟਰੀ ਹੈ, ਕਵਿਤਾ ਹੈ, ਕਵਿਤਾ ਦੇ ਵਿੱਚ ਵੀ ਟੈਗੋਰ ਜੀ ਨੇ ਦੇਖੋ ਕਿੰਨਾ ਵਧੀਆ ਯੋਗਦਾਨ ਦਿੱਤਾ ਹੈ। ਸ਼ਾਰਟ ਸਟੋਰੀ ਵੀ ਉਹਨਾਂ ਨੇ ਲਿਖੀਆਂ ਨੇ, ਨੋਵਲਸ ਲਿਖੇ ਨੇ, ਡਰਾਮਾਜ਼ ਲਿਖੇ ਨੇ। ਤਾਂ ਦੇਖੋ ਇੰਨਾ ਬੰਦਾ ਜੀਨੀਅਸ ਹੈ। ਅਸੀਂ ਇਹੀ ਲਾਈਨ ਅੱਗੇ ਪਾਈ ਹੈ ਕਿ ਹੀ ਵਾਜ਼ ਅ ਵਰਸੇਟਾਈਲ ਜੀਨੀਅਸ। ਜੀਨੀਅਸ ਦਾ ਮਤਲਬ ਮੈਂ ਤੁਹਾਨੂੰ ਚੈਪਟਰ 'ਚ ਵੀ ਦੱਸਿਆ ਸੀ, ਇਹਦਾ ਮਤਲਬ ਹੈ ਗ੍ਰੇਟ, ਮਹਾਨ, ਜੀਨੀਅਸ। ਵਰਸੇਟਾਈਲ ਸ਼ਬਦ ਤੁਹਾਡੇ ਲਈ ਨਵਾਂ ਹੋ ਸਕਦਾ ਹੈ। ਵਰਸੇਟਾਈਲ ਦਾ ਮਤਲਬ ਹੁੰਦਾ ਬੇਟਾ ਜਦੋਂ ਨਾ ਬੰਦਾ ਬਹੁਤ ਹੀ ਜ਼ਿਆਦਾ ਉਹਦੇ 'ਚ ਬਹੁਤ ਤਰ੍ਹਾਂ ਦੀਆਂ ਕਲਾਵਾਂ ਹੋਣ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾਉਣਾ ਹੈ ਕਿ ਕੋਈ ਸਿੰਗਰ ਹੁੰਦਾ ਨਾ, ਉਹ ਇੱਕੋ ਤਰ੍ਹਾਂ ਦੇ ਸੌਂਗ ਗਾਉਂਦਾ ਹੈ। ਮੰਨ ਲਓ ਜੇ ਉਹਨੂੰ ਦਰਦ ਵਾਲੇ ਗਾਣੇ ਉਹਨੂੰ ਆਉਂਦੇ ਆ ਵਧੀਆ, ਜਾਂ ਸਲੋ ਸੌਂਗਸ ਹੈ, ਉਹ ਸਲੋ ਸੌਂਗਸ ਹੀ ਗਾ ਸਕਦਾ ਹੈ। ਜੇ ਉਹਨੂੰ ਆਪਾਂ ਕਹਿ ਦਈਏ ਕਿ ਭਾਈ ਤੂੰ ਫਾਸਟ ਸੌਂਗ ਜਾਂ ਕੋਈ ਧੁੰਮ ਧੜੱਕੇ ਵਾਲੇ ਗਾਣੇ ਗਾ ਕੇ ਦਿਖਾ, ਉਹ ਤੋਂ ਗਾਇਆ ਨਹੀਂ ਜਾਂਦਾ। ਜਾਂ ਕੋਈ ਸਿੰਗਰ ਹੁੰਦਾ ਜਿਹੜਾ ਸਟੇਜ ਪਰਫਾਰਮਰ ਬੜਾ ਵਧੀਆ ਹੁੰਦਾ, ਧੁੰਮ ਧੜੱਕੇ ਦੇ ਬਹੁਤ ਸੋਹਣੇ ਗਾਉਂਦਾ ਹੈ, ਜਦੋਂ ਉਹ ਸਲੋ ਸੌਂਗ ਗਾਉਂਦਾ ਉਹ ਤੋਂ ਗਾਏ ਨਹੀਂ ਜਾਂਦੇ ਜਾਂ ਉਹਨਾਂ ਵਧੀਆ ਨਹੀਂ ਲੱਗਦਾ, ਤਾਂ ਆਪਾਂ ਫਿਰ ਕਹਿੰਦੇ ਹਾਂ ਕਿ ਵਰਸੇਟਾਈਲ ਨਹੀਂ ਹੈ। ਵਰਸੇਟਾਈਲ ਦਾ ਮਤਲਬ ਉਹ ਬੰਦਾ ਜੋ ਤਰ੍ਹਾਂ ਤਰ੍ਹਾਂ ਦੀਆਂ ਕਲਾਵਾਂ ਦਿਖਾ ਸਕਦਾ। ਵਰਸੇਟਾਈਲ ਮਤਲਬ ਕਿ ਜਿਹਦੇ 'ਚ ਬਹੁਤ ਸਾਰੇ ਗੁਣ ਹੈ। ਤਾਂ ਇਸ ਕਰਕੇ ਅਸੀਂ ਉਸ ਨੂੰ ਵਰਸੇਟਾਈਲ ਜੀਨੀਅਸ ਕਹਿੰਦੇ ਆ, ਕਿਉਂਕਿ ਵਰਸੇਟਾਈਲ ਸੀਗੇ ਉਹ। ਦੇਖੋ ਸਿਰਫ ਅੱਛੇ ਪੋਇਟ ਹੀ ਨਹੀਂ ਸੀ, ਉਹ ਅੱਛੇ ਡਾਂਸਰ ਵੀ ਸੀ ਤੇ ਅੱਛੇ ਸ਼ਾਰਟ ਸਟੋਰੀ ਰਾਈਟਰ ਸੀ, ਨੋਵਲ ਰਾਈਟਰ ਸੀ, ਡਰਾਮੈਟਿਸਟ ਸੀਗੇ। ਇੰਨੀਆਂ ਸਾਰੀਆਂ ਫਾਰਮਸ ਐਡ ਦੀਆਂ ਜਿਹਦੇ ਵਿੱਚੋਂ ਉਹਨਾਂ ਨੇ ਇੰਨਾ ਕੁਝ ਲਿਖਿਆ, ਇੰਨਾ ਵਧੀਆ ਲਿਖਿਆ, ਇਸ ਕਰਕੇ ਉਹਨਾਂ ਨੂੰ ਅਸੀਂ ਵਰਸੇਟਾਈਲ ਜੀਨੀਅਸ ਕਹਿੰਦੇ ਹਾਂ। ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਚੈਪਟਰਸ ਆਲਰੇਡੀ ਕਵਰ ਕਰ ਚੁੱਕੇ ਹਾਂ। ਸਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਅਸੀਂ ਪਹਿਲੇ 10 ਚੈਪਟਰ ਆਲਰੇਡੀ ਕਵਰ ਕਰ ਚੁੱਕੇ ਹਾਂ। ਜਿਵੇਂ ਕਿ ਮੈਂ ਹਾਈਲਾਈਟ ਕਰ ਰਿਹਾ ਹਾਂ, ਇਹ ਸਾਰੇ ਚੈਪਟਰ ਅਸੀਂ ਕਵਰ ਕਰ ਚੁੱਕੇ ਹਾਂ। ਇਸ ਸਮੇਂ ਅਸੀਂ ਸਾਡੀ ਬੁੱਕ ਦਾ 12ਵਾਂ ਚੈਪਟਰ ਮੋਸਟ ਡੀਅਰ ਟੂ ਆਲ ਦਾ ਮਿਊਜ਼ਿਕ ਕਵਰ ਕੀਤਾ ਹੋਇਆ ਹੈ। ਇਸੇ ਤਰ੍ਹਾਂ ਸਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਲਸ ਦੇ ਅਸੀਂ ਪਹਿਲੇ 10 ਚੈਪਟਰ, ਜਿਵੇਂ ਕਿ ਮੈਂ ਹਾਈਲਾਈਟ ਕਰ ਰਿਹਾ ਹਾਂ ਉਹਨਾਂ ਚੈਪਟਰਸ ਦੇ ਨੇਮ, ਇਹ ਅਸੀਂ ਸਾਰੇ ਚੈਪਟਰਸ ਕਵਰ ਕਰ ਚੁੱਕੇ ਹਾਂ। ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਨਾਲਿਸਿਸ, ਐਕਸਪਲੇਨੇਸ਼ਨ, ਇਹਨਾਂ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਲੌਂਗ ਆਨਸਰ ਟਾਈਪ ਕੁਐਸਚਨ ਸਾਰੇ ਕਵਰ ਕੀਤੇ ਹੋਏ ਨੇ। ਇਹਨਾਂ ਦੇ ਸਾਰੇ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਤੁਸੀਂ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਥਰਡ ਕੁਐਸਚਨ ਹੈ ਜੀ ਕਿ ਨੇਮ ਦਾ ਕ੍ਰੀਏਟਿਵ ਐਕਟੀਵਿਟੀਜ਼ ਦੈਟ ਵੈਂਟ ਔਨ ਇਨ ਦਾ ਹੋਮ ਇਨ ਵਿਚ ਟੈਗੋਰ ਵਾਸ ਬੋਰਨ, ਹੂ ਮੈਂਸ਼ਨ them। ਕਹਿੰਦੇ ਉਹਨਾਂ ਕ੍ਰੀਏਟਿਵ ਐਕਟੀਵਿਟੀਜ਼ ਦਾ ਨਾਮ ਲਿਖੋ ਜਿਹੜੀਆਂ ਕਿ ਟੈਗੋਰ ਦੇ ਘਰ 'ਚ ਚੱਲਦੀਆਂ ਸੀਗੀਆਂ, ਜਿਹਦੇ ਵਿੱਚ ਟੈਗੋਰ ਨੇ ਜਨਮ ਲਿਆ ਸੀ। ਆਈ ਥਿੰਕ ਇਹ ਫਸਟ ਪੈਰੇ ਦੇ ਵਿੱਚ ਹੀ ਆਇਆ ਸੀਗਾ ਕਿ ਰਵਿੰਦਰਨਾਥ ਟੈਗੋਰ ਜਿਸ ਘਰ 'ਚ ਪੈਦਾ ਹੋਏ ਸੀ ਉੱਥੇ ਬਹੁਤ ਸਾਰੀਆਂ ਤਰ੍ਹਾਂ ਦੀਆਂ ਕ੍ਰੀਏਟਿਵ ਐਕਟੀਵਿਟੀਜ਼ ਹੁੰਦੀਆਂ ਸੀ। ਕ੍ਰੀਏਟਿਵ ਦਾ ਮਤਲਬ ਹੁੰਦਾ ਬੇਟਾ ਉਸਾਰੂ। ਐਕਟੀਵਿਟੀਜ਼ ਦਾ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਕਿਰਿਆਵਾਂ ਕਰਦੇ ਆ, ਉਹਨੂੰ ਆਪਾਂ ਕਹਿੰਦੇ ਐਕਟੀਵਿਟੀਜ਼। ਆਪਾਂ ਕਹਿ ਨਹੀਂ ਦਿੰਦੇ ਸਕੂਲ ਦੇ ਵਿੱਚ ਕਿਹੜੀ ਐਕਟੀਵਿਟੀ ਹੋ ਰਹੀ ਹੈ ਜੀ, ਅੱਜ ਐਸੇ ਰਾਈਟਿੰਗ ਦਾ ਕੰਪੀਟੀਸ਼ਨ ਹੋ ਰਿਹਾ ਹੈ, ਅੱਜ ਸਟੋਰੀ ਟੈਲਿੰਗ ਦਾ ਹੋ ਰਿਹਾ ਹੈ, ਬੋਲਣ ਦਾ ਹੋ ਰਿਹਾ ਹੈ, ਡੈਕਲਾਮੇਸ਼ਨ ਦਾ ਹੋ ਰਿਹਾ, ਤਾਂ ਇਹ ਐਕਟੀਵਿਟੀਆਂ ਹੁੰਦੀਆਂ ਨੇ। ਤਾਂ ਕ੍ਰੀਏਟਿਵ ਐਕਟੀਵਿਟੀਆਂ ਕਿਹੜੀਆਂ ਸੀ ਜਿਹੜੇ ਉਹਦੇ ਘਰ 'ਚ ਹੁੰਦੀਆਂ ਸੀ, ਅਤੇ ਇਹਨਾਂ ਬਾਰੇ ਚਰਚਾ ਕਿਹਨੇ ਕੀਤੀ ਹੈ? ਹੂ ਮੈਂਸ਼ਨਸ them। ਮੈਂਸ਼ਨ ਦਾ ਮਤਲਬ ਹੁੰਦਾ ਬੇਟਾ ਚਰਚਾ ਕਰਨੀ, ਹਵਾਲਾ ਦੇਣਾ। ਕਿਹਨੇ ਦੱਸਿਆ ਕਿ ਇਦਾਂ ਦੀ ਐਕਟੀਵਿਟੀ ਹੁੰਦੀ ਹੈ? ਦੋ ਕੁਐਸਚਨ ਹੋ ਗਏ ਬੇਟਾ ਇਸ ਕੁਐਸਚਨ 'ਚ। ਇੱਕ ਤਾਂ ਘਰ ਦੇ ਵਿੱਚ ਕ੍ਰੀਏਟਿਵ ਐਕਟੀਵਿਟੀਜ਼ ਕਿਹੜੀਆਂ ਸੀ, ਤੇ ਇਹ ਕ੍ਰੀਏਟਿਵ ਐਕਟੀਵਿਟੀਜ਼ ਬਾਰੇ ਸਾਨੂੰ ਚੈਪਟਰ 'ਚ ਕਿਹਨੇ ਦੱਸਿਆ? ਤਾਂ ਸਿੰਪਲ ਆਨਸਰ ਹੈ ਜੀ ਕਿ these activities were writing, singing and acting। ਇਹ ਤਿੰਨ ਐਕਟੀਵਿਟੀ ਦਾ ਨਾਮ ਆਇਆ ਸੀ। ਉਹਨਾਂ ਦੇ ਘਰ 'ਚ ਰਾਈਟਰ ਵੀ ਸੀਗੇ ਲੋਕ, ਸਿੰਗਰ ਵੀ ਸੀਗੇ ਐਂਡ ਐਕਟਰ ਵੀ ਸੀਗੇ। ਐਕਟਿੰਗ ਵੀ ਕਰਦੇ ਸੀ, ਰਾਈਟਿੰਗ ਵੀ ਕਰਦੇ ਸੀ ਤੇ ਸਿੰਗਿੰਗ ਵੀ ਕਰਦੇ ਸੀ। ਤਾਂ ਐਕਟੀਵਿਟੀਜ਼ ਤਾਂ ਇਹ ਸੀਗੀਆਂ ਜੀ। ਕ੍ਰੀਏਟਿਵ ਐਕਟੀਵਿਟੀਜ਼ ਤਿੰਨ ਕਿਹੜੀਆਂ ਸੀਗੀਆਂ? ਰਾਈਟਿੰਗ, ਸਿੰਗਿੰਗ ਐਂਡ ਐਕਟਿੰਗ। ਹੁਣ ਇਹਨਾਂ ਬਾਰੇ ਸਾਨੂੰ ਕਿਹਨੇ ਦੱਸਿਆ ਸੀ? ਇਹਨਾਂ ਬਾਰੇ ਸਰਵਪੱਲੀ ਰਾਧਾ ਕ੍ਰਿਸ਼ਨਨ ਨੇ ਨਹੀਂ ਦੱਸਿਆ। ਇਹਨਾਂ ਬਾਰੇ ਖੁਦ ਕਿਹਨੇ ਦੱਸਿਆ ਸੀ? ਟੈਗੋਰ ਜੀ ਨੇ। ਯਾਦ ਕਰੋ ਜਦੋਂ ਇਹ ਚੈਪਟਰ ਦੇ ਵਿੱਚ ਇਹ ਤਿੰਨੇ ਐਕਟੀਵਿਟੀਜ਼ ਦਾ ਨਾਮ ਆਇਆ ਸੀ, ਉਹਦੇ ਵਿੱਚ ਕੋਟਸ ਪਏ ਹੋਏ ਸੀ, ਸਿੰਗਲ ਕੋਟਸ। ਤਾਂ ਸਿੰਗਲ ਕੋਟ ਦਾ ਮਤਲਬ ਹੈ ਕਿ ਇਹ ਸ਼ਬਦ ਟੈਗੋਰ ਜੀ ਦੇ ਹੈ। ਇਹਦਾ ਮਤਲਬ ਇਹਨਾਂ ਨੂੰ ਮੈਂਸ਼ਨ ਕਿਹਨੇ ਕੀਤਾ ਸੀ, ਕਿਹਨੇ ਚਰਚਾ ਕੀਤੀ ਸੀ ਚੈਪਟਰ ਦੇ ਵਿੱਚ? ਟੈਗੋਰ ਜੀ ਨੇ। ਤਾਂ ਟੈਗੋਰ ਹਿਮਸੈਲਫ ਮੈਂਸ਼ਨਡ them। ਟੈਗੋਰ ਨੇ ਇਹਨਾਂ ਬਾਰੇ ਸਾਨੂੰ ਦੱਸਿਆ ਸੀ। ਫੋਰਥ ਕੁਐਸਚਨ ਦੇਖਣ 'ਚ ਤੁਹਾਨੂੰ ਬੜਾ ਵੱਡਾ ਲੱਗੂਗਾ, ਲੇਕਿਨ ਇਹਦਾ ਆਨਸਰ ਬੜਾ ਆਸਾਨ ਹੈ। ਤਾਂ ਪਹਿਲਾਂ ਕੁਐਸਚਨ ਸਮਝ ਲਓ ਕੀ ਹੈ। फोर्थ क्वेश्चन है कि विच ऑफ द फॉलोइंग रिवील टैगोर्स आर्टिस्टिक टैलेंट्स एंड क्रिएटिविटी। जदों भी विच ऑफ आ जाए
ਵਿਚ ਆਫ ਸਮਝ ਲਓ, ਵਿਚ ਆਫ ਸ਼ਬਦ ਆ ਜੇ ਜੇ ਕਦੇ, ਇਹਦਾ ਮਤਲਬ ਸਾਨੂੰ ਕੋਈ ਚੀਜ਼ ਪੁੱਛੀ ਗਈ ਹੈ ਕਈ ਚੀਜ਼ਾਂ ਚੋਂ ਜਿਹਦਾ ਬਾਰੇ ਸਾਨੂੰ ਦੱਸਿਆ ਗਿਆ, ਉਹਨਾਂ ਚੋਂ ਕੋਈ ਇੱਕ ਚੀਜ਼ ਪੁੱਛੀ ਗਈ ਹੈ ਜਾਂ ਇੱਕ ਜਾਂ ਦੋ ਚੀਜ਼ਾਂ ਪੁੱਛੀਆਂ ਗਈਆਂ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਚੀਜ਼ ਟੈਗੋਰ ਦੇ ਆਰਟ ਵਾਲੇ ਟੈਲੈਂਟ ਅਤੇ ਉਹਨਾਂ ਦੀ ਕ੍ਰੀਏਟੀਵਿਟੀ ਨੂੰ, ਮਤਲਬ ਕਿ ਜੋ ਉਹ ਨਵੇਂ ਕੰਮ ਕਰਕੇ ਦਿਖਾਉਂਦੇ ਸੀ, ਉਹਨਾਂ ਬਾਰੇ ਸਾਨੂੰ ਪਤਾ ਲੱਗਦਾ ਹੈ। ਰਿਵੀਲ ਦਾ ਮਤਲਬ ਹੁੰਦਾ ਬੇਟਾ ਪਤਾ ਲੱਗਣਾ, ਜ਼ਾਹਿਰ ਹੋਣਾ। ਕੁਐਸਚਨ ਇੱਕ ਵਾਰੀ ਫੇਰ ਸਮਝੋ, ਨੀਚੇ ਤੁਹਾਨੂੰ ਕਈ ਸਾਰੇ ਐਕਟੀਵਿਟੀਜ਼ ਦਿੱਤੀਆਂ ਹੋਈਆਂ ਨੇ, कई सारी एक्टिविटीज दी हुई, देखो नॉवेल्स हैं, म्यूजिक है, पोइट्री है, प्लेज, डांस, ऐसे, आर्कीटैक्चरल डिजाइन, साइंटिफिक डिस्कवरीज, पेंटिंग, स्कल्पचर। कईयां दे मतलब तुसी जानते हो, कईयां दे दस दिन है। आर्कीटैक्चरल डिजाइन की हुंदा है, कोई आर्कीटैक्ट डिजाइन बनाता है, जिवें तरह तरह के घर बनाता है, उन्होंने आपां आर्कीटैक्चरल डिजाइन कहने हैं। साइंटिफिक डिस्कवरीज का मतलब विज्ञानिक खोजां नूं कहा जाता है। स्कल्पचर मूर्ति कला नूं कहा जाता है। तो ये सारियां क्रिएटिव एक्टिविटीज़ ਦੇ ਵਿੱਚੋਂ ਕਿਹੜੀਆਂ ਐਕਟੀਵਿਟੀਜ਼ ਨੇ ਜਿਨ੍ਹਾਂ ਦੇ ਵਿੱਚ ਟੈਗੋਰ ਦਾ ਜਿਹੜਾ ਟੈਲੈਂਟ ਹੈ ਉਹ ਸਾਨੂੰ ਪਤਾ ਲੱਗ। ਆਰਟ ਦੀਆਂ ਬੇਟਾ ਕਈ ਸਾਰੀਆਂ ਫਾਰਮਸ ਹੁੰਦੀਆਂ ਨੇ, ਹੁਣ ਜਿੰਨੀਆਂ ਤੁਹਾਨੂੰ ਨੋਵਲ ਤੋਂ ਲੈ ਕੇ ਸਕਲਪਚਰ ਤੱਕ ਦੱਸੀਆਂ ਗਈਆਂ ਸਾਰੀਆਂ ਆਰਟ ਦੀਆਂ ਫਾਰਮਸ ਹੈ। ਕੋਈ ਬੰਦਾ ਬਹੁਤ ਅੱਛਾ ਮੂਰਤੀਕਾਰ ਹੁੰਦਾ ਹੈ, ਕੋਈ ਪੇਂਟਰ ਹੁੰਦਾ ਹੈ, ਕੋਈ ਸਿੰਗਰ ਹੁੰਦਾ ਹੈ। ਇਹਨਾਂ ਦੇ ਵਿੱਚੋਂ ਟੈਗੋਰ ਜੀ ਨੇ ਕਿਹੜੀਆਂ ਐਕਟੀਵਿਟੀਜ਼ ਦੇ ਵਿੱਚ ਆਪਣਾ ਟੈਲੈਂਟ ਦਿਖਾਇਆ, ਕੁਐਸਚਨ ਇਹ ਹੈ। ਤਾਂ ਸਾਨੂੰ ਪਤਾ ਬੇਟਾ ਨੋਵਲ 'ਚ ਵੀ ਦਿਖਾਇਆ ਉਹਨਾਂ ਨੇ ਨੋਵਲਸ ਲਿਖੇ ਹੈ। ਮਿਊਜ਼ਿਕ, ਮਿਊਜ਼ੀਸ਼ੀਅਨ ਸੀਗੇ ਜੀ ਉਹ। ਪੋਇਟਰੀ, ਪੋਇਮਸ ਤਾਂ ਬਹੁਤ ਸਾਰੀਆਂ ਲਿਖੀਆਂ ਉਹਨਾਂ ਨੇ। ਪਲੇਜ਼ ਲਿਖੇ ਹੈ। ਡਾਂਸ, ਡਾਂਸਰ ਸੀ, ਅਸੀਂ ਪੜ੍ਹਿਆ ਹੈ। ਐਂਡ ਪੇਂਟਰ, ਅਤੇ ਪੇਂਟਿੰਗ ਵੀ ਕਰਦੇ ਸੀਗੇ ਉਹ। ਤਾਂ ਅਸੀਂ ਟੋਟਲ 5 ਐਕਟੀਵਿਟੀਜ਼ ਦਾ ਨਾਮ ਲਿਖਤਾ ਉੱਪਰ ਵਾਲੀਆਂ ਐਕਟੀਵਿਟੀਜ਼ ਚੋਂ। ਸਿੰਪਲ। ਓਏ ਇਹ ਸਾਰੀਆਂ ਐਕਟੀਵਿਟੀਜ਼ ਉੱਪਰ ਪਈਆਂ ਨੇ ਤਾਂ ਸਾਨੂੰ ਤਾਂ ਦੇਖ ਕੇ ਲਿਖਣੀਆਂ ਨੇ, ਤਾਂ ਸਾਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ 5 ਐਕਟੀਵਿਟੀਜ਼ ਕਿਹੜੀਆਂ ਨੇ। ਪੂਰੇ ਚੈਪਟਰ ਦੇ ਵਿੱਚ ਐਸੇ ਬਾਰੇ ਕੋਈ ਗੱਲ ਨਹੀਂ ਆਈ ਕਿ ਰਵਿੰਦਰਨਾਥ ਟੈਗੋਰ ਜੀ ਨੇ ਐਸੇ ਲਿਖੇ ਨੇ। ਆਰਕੀਟੈਕਚਰ ਦੀ ਕੋਈ ਗੱਲ ਨਹੀਂ ਆਈ, ਸਾਇੰਟੀਫਿਕ ਡਿਸਕਵਰੀ ਦੀ ਕੋਈ ਗੱਲ ਨਹੀਂ ਆਈ, ਤੇ ਸਕਲਪਚਰ ਦੀ ਕੋਈ ਗੱਲ ਨਹੀਂ ਆਈ, ਪਰ ਬਾਕੀ ਸਾਰਿਆਂ ਦੀ ਗੱਲ ਜ਼ਰੂਰ ਆਈ ਹੈ, ਉਹ ਅਸੀਂ ਲਿਖਤਾ। 5th ਕੁਐਸਚਨ ਵੀ ਆਸਾਨ ਹੈ। ਗਿਵ 2 instances to prove that Tagore was a well known poet। ਇੰਸਟੈਂਸਿਸ ਦਾ ਮਤਲਬ ਹੁੰਦਾ ਬੇਟਾ ਉਦਾਹਰਨਾਂ ਜਾਂ ਐਗਜ਼ਾਮਪਲ। ਕਹਿੰਦੇ ਸਾਨੂੰ 2 ਐਗਜ਼ਾਮਪਲਾਂ ਦਿਓ ਇਹ ਪ੍ਰੂਵ ਕਰਨ ਦੇ ਲਈ, ਟੂ ਪ੍ਰੂਵ, ਇਹ ਸਾਬਿਤ ਕਰਨ ਦੇ ਲਈ ਕਿ ਟੈਗੋਰ ਇੱਕ ਪ੍ਰਸਿੱਧ ਪੋਇਟ ਸੀ। ਵੈਲ ਨੋਨ ਦਾ ਮਤਲਬ ਹੁੰਦਾ ਬੇਟਾ ਫੇਮਸ, ਪ੍ਰਸਿੱਧ। ਸਾਨੂੰ ਤੁਸੀਂ 2 ਐਗਜ਼ਾਮਪਲਾਂ ਦਿਓ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਟੈਗੋਰ ਬਹੁਤ ਹੀ ਪ੍ਰਸਿੱਧ ਪੋਇਟ ਸੀ। ਤਾਂ ਬੇਟਾ ਆਪਾਂ ਪਹਿਲੇ ਪੈਰੇ ਦੇ ਵਿੱਚ ਹੀ ਪੜ੍ਹਿਆ। ਦੇਖੋ ਪਹਿਲੇ ਪੈਰੇ 'ਚ ਵੀ ਕਿੰਨੇ ਸਾਰੇ ਕੁਐਸਚਨਸ ਬਣ ਗਏ। ਪਹਿਲੇ ਪੈਰੇ 'ਚ ਸਾਨੇ ਐਂਡ 'ਚ ਪੜ੍ਹਿਆ ਸੀਗਾ ਕਿ ਟੈਗੋਰ ਨੇ ਬਹੁਤ ਸਾਰੀਆਂ ਪੋਇਮਸ ਲਿਖੀਆਂ ਜਾਂ ਆਪਣੇ ਰਚਨਾਵਾਂ ਲਿਖੀਆਂ ਜਿਨ੍ਹਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕੀਤਾ ਗਿਆ ਸੀ। ਇਹ ਪੜ੍ਹੀ ਸੀ ਆਪਾਂ ਲਾਈਨ। ਜ਼ਿਆਦਾਤਰ ਉਹਨਾਂ ਦੀਆਂ ਜਿਹੜੀਆਂ ਕੰਪੋਜੀਸ਼ਨਸ ਆ ਬੇਟਾ, ਰਚਨਾਵਾਂ ਨੇ, ਉਹ ਬੰਗਲਾ ਭਾਸ਼ਾ 'ਚ ਹੈ, ਲੇਕਿਨ ਅਸੀਂ ਪੰਜਾਬੀ 'ਚ ਵੀ ਉਹਨਾਂ ਨੂੰ ਟਰਾਂਸਲੇਟ ਹੋਏ ਦੇਖਦੇ ਹਾਂ, ਇੰਗਲਿਸ਼ 'ਚ ਦੇਖਦੇ ਹਾਂ, ਹਿੰਦੀ 'ਚ ਦੇਖਦੇ ਹਾਂ, ਹੋਰ ਬਹੁਤ ਸਾਰੇ ਫੋਰਨ ਲੈਂਗੁਏਜ ਨੇ ਜਿਨ੍ਹਾਂ 'ਚ ਉਹਨਾਂ ਦੀ ਟਰਾਂਸਲੇਸ਼ਨ ਹੋਈ ਹੈ। ਹੁਣ ਜੇ ਕੋਈ ਪਸੰਦ ਕਰਦਾ ਹੈ ਟੈਗੋਰ ਜੀ ਦੀਆਂ ਕਵਿਤਾਵਾਂ ਨੂੰ, ਉਹ ਤਾਂ ਹੀ ਆਪਣੀ ਭਾਸ਼ਾ 'ਚ ਪੜ੍ਹੂਗਾ, ਇਹਦਾ ਮਤਲਬ ਉਹ ਪ੍ਰਸਿੱਧ ਹੈ। ਸੈਕਿੰਡ, ਟੈਗੋਰ ਜੀ ਦੀਆਂ ਰਚਨਾਵਾਂ ਨੇ ਬਹੁਤ ਸਾਰੇ ਲੋਕਾਂ ਨੂੰ ਇੰਸਪਾਇਰ ਵੀ ਕੀਤਾ। ਇਹ ਆਪਾਂ 2 ਗੱਲਾਂ ਪੜ੍ਹੀਆਂ ਸੀਗੀਆਂ, ਉਹੀ 2 ਗੱਲਾਂ ਇੱਥੇ ਲਿਖਤੀਆਂ ਸੀ ਕਿ ਹਿਸ ਵਰਕਸ ਹੈਵ ਬੀਨ ਟਰਾਂਸਲੇਟਡ ਇਨ ਮੈਨੀ ਲੈਂਗੁਏਜਸ, ਕਿ ਉਹਨਾਂ ਦੇ ਜਿਹੜੇ ਕੰਮ ਨੇ ਉਹ ਟਰਾਂਸਲੇਟ ਹੋਏ ਨੇ। ਟਰਾਂਸਲੇਟ ਸਮਝਦੇ ਹੋ ਨਾ, ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਜਦੋਂ ਆਪਾਂ ਟਰਾਂਸਲੇਟ ਕਰਦੇ ਹਾਂ। ਉਹਨਾਂ ਨੇ ਤਾਂ ਬੰਗਲਾ 'ਚ ਲਿਖਿਆ, ਬੰਗਲਾ ਨੂੰ ਆਪਾਂ ਹਿੰਦੀ 'ਚ ਟਰਾਂਸਲੇਟ ਕਰ ਲਿਆ, ਬੰਗਲਾ ਨੂੰ ਇੰਗਲਿਸ਼ 'ਚ ਕਰ ਲਿਆ ਜਾਂ ਪੰਜਾਬੀ 'ਚ ਕਰ ਲਿਆ, ਇਹਨੂੰ ਟਰਾਂਸਲੇਟ ਕਰਨਾ ਕਹਿੰਦੇ ਆ। ਤਾਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਦੇਖੋ ਉਹਨਾਂ ਨੂੰ ਟਰਾਂਸਲੇਟ ਕੀਤਾ ਗਿਆ ਉਹਨਾਂ ਦੇ ਕੰਮਾਂ ਨੂੰ। ਇੱਥੋਂ ਪਤਾ ਲੱਗਦਾ ਹੈ ਕਿ ਉਹ ਪ੍ਰਸਿੱਧ ਸੀਗੇ। ਦੂਸਰੀ ਗੱਲ, he has also inspired many writers and scholars in many countries। ਉਹਨਾਂ ਨੇ ਇੰਸਪਾਇਰ ਕੀਤਾ ਹੈ, ਮਤਲਬ ਪ੍ਰੇਰਨਾ ਦਿੱਤੀ ਹੈ ਬਹੁਤ ਸਾਰੇ ਰਾਈਟਰਸ ਨੂੰ ਅਤੇ ਸਕਾਲਰਸ ਨੂੰ। ਰਾਈਟਰ ਦਾ ਮਤਲਬ ਹੋ ਗਿਆ ਲੇਖਕ, ਸਕਾਲਰ ਦਾ ਮਤਲਬ ਹੋ ਗਿਆ ਵਿਦਵਾਨ। ਬਹੁਤ ਸਾਰੇ ਵਿਦਵਾਨ ਅਤੇ ਲੇਖਕਾਂ ਜਿਹੜੇ ਕਿ ਬਹੁਤ ਸਾਰੇ ਕੰਟਰੀਜ਼ ਦੇ ਹੈ, ਚਾਹੇ ਉਹ ਇੰਡੀਆ ਦੇ ਹੈ, ਚਾਹੇ ਉਹ ਹੋਰ ਕਿਸੇ ਕੰਟਰੀ ਦੇ ਹੈ। ਆਲ ਓਵਰ ਵਰਲਡ ਜਿਹੜੇ ਰਾਈਟਰਸ ਜਾਂ ਸਕਾਲਰਸ ਨੇ ਉਹਨਾਂ ਨੇ ਇੰਸਪਾਇਰ ਕੀਤਾ ਆਪਣੀਆਂ ਕੰਪੋਜੀਸ਼ਨਸ ਦੇ ਨਾਲ, ਆਪਣੀਆਂ ਰਚਨਾਵਾਂ ਦੇ ਨਾਲ, ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਰਵਿੰਦਰਨਾਥ ਟੈਗੋਰ ਬਹੁਤ ਹੀ ਫੇਮਸ ਪੋਇਟ ਸੀ। 6th ਕੁਐਸਚਨ ਹੈ ਜੀ ਕਿ ਟੈਗੋਰ ਟਰਾਈਡ ਨਿਊ ਆਈਡੀਆਜ਼ ਐਂਡ ਇਨੋਵੇਸ਼ਨਸ ਇਨ ਸਮ ਫਾਰਮਸ ਆਫ ਆਰਟ, ਵਿਚ ਆਰ ਦੇ। ਸੈਕਿੰਡ ਪੈਰੇ ਦੇ ਵਿੱਚ ਸ਼ੁਰੂ 'ਚ ਹੀ ਆਉਂਦਾ ਹੈ ਕਿ ਟੈਗੋਰ
ਨੇ ਨਾ ਜਿਹੜੀਆਂ ਪੁਰਾਣੀਆਂ ਕੁਝ ਪਰੰਪਰਾਵਾਂ ਸੀਗੀਆਂ, ਟ੍ਰੈਡੀਸ਼ਨ ਸੀਗੀਆਂ, ਉਹਨਾਂ ਤੋਂ ਹਟ ਕੇ ਪੋਇਟਰੀ ਲਿਖੀ ਸੀ। ਉਹਦੇ ਬਾਰੇ ਕੁਐਸਚਨ ਹੈ ਇਹ। ਤਾਂ 6th ਕੁਐਸਚਨ ਹੈ ਜੀ, ਕੈਟਾਗੋਰ ਟ੍ਰਾਈਡ ਨਿਊ ਆਈਡੀਆਜ਼ ਐਂਡ ਇਨੋਵੇਸ਼ਨਸ ਇਨ ਸਮ ਫਾਰਮਸ ਆਫ ਆਰਟ, ਵਿਚ ਆਰ ਦੇ। ਟੈਗੋਰ ਨੇ ਨਵੇਂ-ਨਵੇਂ ਆਈਡੀਆਜ਼ ਕੀਤੇ ਜੀ। ਆਈਡੀਆਜ਼ ਦਾ ਮਤਲਬ ਅਸੀਂ ਚੈਪਟਰ 'ਚ ਹੀ ਪੜ੍ਹਿਆ ਸੀ, ਉਹਦਾ ਮਤਲਬ ਹੁੰਦਾ ਵਿਚਾਰ। ਇਨੋਵੇਸ਼ਨ ਦਾ ਮਤਲਬ ਹੁੰਦਾ ਨਵੀਨ ਕੰਮ ਜਾਂ ਨਵੀਨਤਾ। ਉਹਨਾਂ ਨੇ ਆਰਟਸ ਦੀਆਂ ਕੁਝ ਫਾਰਮਸ ਦੇ ਵਿੱਚ, ਦੇਖੋ ਆਰਟਸ ਦੀਆਂ ਕਈ ਸਾਰੀਆਂ ਫਾਰਮਸ ਨੇ, ਆਪਾਂ ਉੱਪਰ ਪੜ੍ਹੀਆਂ ਨੇ ਨਾ, ਨੋਵਲਸ ਹੈ, ਸਕਲਪਚਰ ਹੈ, ਪੇਂਟਿੰਗ ਹੈ। ਉਹਨਾਂ ਕੁਝ ਆਪਣੀਆਂ ਆਰਟ ਦੀਆਂ ਫਾਰਮਸ ਦੇ ਵਿੱਚ, ਕਿਸਮਾਂ ਦੇ ਵਿੱਚ ਉਹਨਾਂ ਨੇ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ, ਉਹ ਨਵੇਂ-ਨਵੇਂ ਇਨੋਵੇਸ਼ਨਸ ਲੈ ਕੇ ਆਏ। ਇਹ ਬਿਲਕੁਲ ਸੈਕਿੰਡ ਪੈਰੇ ਦੀ ਪਹਿਲੀ ਲਾਈਨ 'ਚ ਗੱਲ ਆਈ ਸੀ ਕਿ ਰਵਿੰਦਰਨਾਥ ਟੈਗੋਰ ਜੀ ਨੇ ਟ੍ਰੈਡੀਸ਼ਨ ਤੋਂ ਹਟ ਕੇ ਕੁਝ ਨਵੇਂ-ਨਵੇਂ ਤਜਰਬੇ ਕੀਤੇ ਸੀ। ਉਹ ਤਜਰਬੇ ਉਹਨਾਂ ਨੇ ਆਰਟ ਦੀਆਂ ਫਾਰਮਸ ਕੀਤੇ ਸੀ। ਸਾਨੂੰ ਪੁੱਛਿਆ ਇਹ ਗਿਆ ਕਿ ਉਹ ਆਰਟ ਦੀਆਂ ਫਾਰਮਸ ਕਿਹੜੀਆਂ ਸੀ, ਕਿਹੜੀਆਂ ਆਰਟ ਦੀਆਂ ਫਾਰਮਸ ਦੇ ਵਿੱਚ ਉਹਨਾਂ ਨੇ ਨਵੇਂ ਤਜਰਬੇ ਤੇ ਨਵੇਂ ਇਨੋਵੇਸ਼ਨਸ ਕੀਤੇ ਸੀ। ਅਸੀਂ ਨੇ ਸਿਰਫ ਉਸ ਆਰਟ ਦੀਆਂ ਫਾਰਮਸ ਦਾ ਮਤਲਬ ਦੱਸਿਆ। ਤਾਂ ਇਹਦਾ ਆਨਸਰ ਹੈ ਜੀ, ਟੈਗੋਰ tried new ideas and innovation in poetry, music and painting। देखो the simple answer है poetry, music and painting। जे तुसी just इन्ना ही लिखिया हो ना पेपर च poetry, music and painting ਤਾਂ ਵੀ 2 ਨੰਬਰ ਆ, ਕਿਉਂਕਿ ਉਹਨਾਂ ਨੇ ਆਰਟ ਦੀਆਂ ਫਾਰਮਸ ਪੁੱਛੀਆਂ ਨੇ, ਜਿਸ ਫਾਰਮ ਦੇ ਵਿੱਚ ਉਹਨਾਂ ਨੇ ਨਵੇਂ-ਨਵੇਂ ਆਈਡੀਆਜ਼ ਤੇ ਨਵੇਂ-ਨਵੇਂ ਇਨੋਵੇਸ਼ਨਸ ਕੀਤੇ ਸੀ। 7ਵਾਂ ਕੁਐਸਚਨ ਹੈ ਜੀ ਕਿ elaborate tradition is not only conquered with the past but also freedom from the past। ਇਲੈਬੋਰੇਟ ਦਾ ਮਤਲਬ ਹੁੰਦਾ ਬੇਟਾ ਖੋਲ ਕੇ ਲਿਖਣਾ, ਥੋੜਾ ਜਿਹਾ ਵਿਸਥਾਰ ਨਾਲ ਲਿਖਣਾ, ਕਿ ਥੋੜਾ ਜਿਹਾ ਦੱਸੋ ਇਹਦੇ ਬਾਰੇ ਕਿ ਇਸ ਲਾਈਨ ਦਾ ਮਤਲਬ ਕੀ ਹੈ। ਹੁਣ ਇਹ ਲਾਈਨ ਕੋਟਸ ਤੋਂ ਸ਼ੁਰੂ ਹੁੰਦੀ ਹੈ ਬੇਟਾ, ਸਿੰਗਲ ਕੋਟ ਤੋਂ, ਸਿੰਗਲ ਕੋਟ ਤੇ ਖਤਮ ਹੋ ਰਹੀ ਹੈ। ਇਹ ਲਾਈਨ ਕਿਹੜੀ ਹੈ? ਟ੍ਰੈਡੀਸ਼ਨ ਇਜ਼ ਨੋਟ ਓਨਲੀ ਕੌਨਕਰਡ ਵਿਦ ਦਾ ਪਾਸਟ ਬਟ ਆਲਸੋ ਫਰੀडम ਫਰੋਮ ਦਾ ਪਾਸਟ। ਇਹ ਲਾਈਨ ਸੈਕਿੰਡ ਪੈਰੇ ਚ ਆਉਂਦੀ ਹੈ ਚੈਪਟਰ ਦੇ। ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਈ ਸੀ। ਟ੍ਰੈਡੀਸ਼ਨ ਦਾ ਮਤਲਬ ਤੁਹਾਨੂੰ ਚੈਪਟਰ 'ਚ ਕੀ ਦੱਸਿਆ ਸੀ? ਪਰੰਪਰਾ। ਤਾਂ ਉਸ ਲਾਈਨ ਦੇ ਵਿੱਚ ਨਾ ਟ੍ਰੈਡੀਸ਼ਨ ਦੇ 2 ਮਤਲਬ ਆਏ ਹੈ ਕਿ ਟ੍ਰੈਡੀਸ਼ਨ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਪਾਸਟ ਨਾਲ ਜੁੜਨਾ ਹੈ, ਇਹ ਵੀ ਹੈ ਕਿ ਪਾਸਟ ਤੋਂ ਫ੍ਰੀ ਹੋਣਾ। ਮੈਂ ਤੁਹਾਨੂੰ ਦੱਸਿਆ ਸੀ ਟ੍ਰੈਡੀਸ਼ਨ ਦਾ ਮਤਲਬ ਇਹ ਵੀ ਹੈ ਕਿ ਅਸੀਂ ਪਾਸਟ ਨੂੰ ਵੀ ਰੱਖਣਾ ਆਪਣੇ ਨਾਲ ਅਤੇ ਪਾਸਟ ਤੋਂ ਫ੍ਰੀ ਵੀ ਹੋਣਾ। ਇਹ ਕੀ ਗੱਲ ਹੈ ਵੀ? ਇੰਪੋਰਟੈਂਟ ਕੁਐਸਚਨ ਹੈ ਵੀ ਇਹਦਾ ਮਤਲਬ ਕੀ ਹੈ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕੌਨਕਰਡ ਵਿਦ ਦਾ ਮਤਲਬ ਕੀ ਹੁੰਦਾ ਬੇਟਾ? ਮੇਲ ਰੱਖਣਾ, ਮੇਲ ਰੱਖਣਾ, ਕਿ ਅਸੀਂ ਪਾਸਟ ਨਾਲ ਮੇਲ ਵੀ ਰੱਖਣਾ। ਫਿਰ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪਾਸਟ ਤੋਂ ਫ੍ਰੀडम ਵੀ ਲੈਣੀ ਹੈ। ਫ੍ਰੀडम ਦਾ ਮਤਲਬ ਆਜ਼ਾਦੀ। ਤਾਂ ਇਹਦਾ ਆਨਸਰ ਬੇਟਾ ਇਹ ਹੈ ਕਿ ਵੀ ਸ਼ੁੱਡ ਨਾਟ ਫੋਲੋ ਦਾ ਟ੍ਰੈਡੀਸ਼ਨ ਬਲਾਈਂਡਲੀ, ਕਿ ਟ੍ਰੈਡੀਸ਼ਨ ਦਾ ਨੂੰ ਅਸੀਂ ਅੰਨੇ ਹੋ ਕੇ ਫੋਲੋ ਨਹੀਂ ਕਰਨਾ। ਉਹੀ ਮੈਂ ਤੁਹਾਨੂੰ ਦੱਸਿਆ ਸੀ ਲਕੀਰ ਦੇ ਫਕੀਰ। ਕੋਈ ਗਲਤ ਗੱਲ ਆ ਰਹੀ ਹੈ ਟ੍ਰੈਡੀਸ਼ਨ 'ਚ, ਅਸੀਂ ਉਸ ਨੂੰ ਨਹੀਂ ਮੰਨਣਾ। ਜਿਵੇਂ ਮੈਂ ਤੁਹਾਨੂੰ ਇੱਕ ਚੈਪਟਰ ਦੀ ਐਕਸਪਲੇਨੇਸ਼ਨ ਦਿੰਦੇ ਨੇ, ਐਗਜ਼ਾਮਪਲ ਦਿੱਤੀ ਸੀ ਸਤੀ ਪ੍ਰਥਾ। ਸਤੀ ਪ੍ਰਥਾ ਸਾਡੇ ਟ੍ਰੈਡੀਸ਼ਨ ਦਾ ਬਹੁਤ ਪੁਰਾਣੇ ਸਮੇਂ 'ਚ ਹਿੱਸਾ ਰਹੀ ਸੀ। ਉਹ ਟ੍ਰੈਡੀਸ਼ਨ ਸੀ, ਪਰੰਪਰਾ ਸੀ, ਸਤੀਆਂ ਹੁੰਦੀਆਂ ਸੀ ਇਸਤਰੀਆਂ, ਲੇਕਿਨ ਅਸੀਂ ਉਹ ਤੋਂ ਫ੍ਰੀ ਹੋ ਗਏ ਕਿਉਂਕਿ ਮਾੜੀ ਪ੍ਰਥਾ ਸੀ। ਇੱਥੇ ਉਹੀ ਗੱਲ ਹੈ ਕਿ ਅਸੀਂ ਟ੍ਰੈਡੀਸ਼ਨ ਨੂੰ ਬਲਾਈਂਡਲੀ ਫੋਲੋ ਨਹੀਂ ਕਰਨਾ। ਬਲਾਈਂਡਲੀ ਦਾ ਮਤਲਬ ਸਮਝਦੇ ਹੋ? ਅੰਨੇ ਹੋ ਕੇ ਵੀ ਭਾਈ ਜੋ ਗਲਤ ਗੱਲ ਹੈ ਚਲੋ ਵੀ ਚੱਕੀ ਚੱਲੋ, ਉਵੇਂ ਚੱਲੀ ਚਲੋ, ਨੋ। ਤਾਂ ਇਹਦਾ ਮਤਲਬ ਹੋਇਆ ਜੀ ਕਿ ਅਸੀਂ ਪਾਸਟ ਤੋਂ ਫ੍ਰੀ ਹੋਣਾ ਨਾ ਗਲਤ ਗੱਲਾਂ ਤੋਂ। ਦੂਸਰਾ, ਇਟ ਸ਼ੁੱਡ ਬੀ ਫ੍ਰੀ ਫਰੋਮ ਦਾ ਯੂਜ਼ਲੈਸ ਆਈਡੀਆਜ਼ ਐਂਡ ਵੈਲਿਊਜ਼, ਕਿ ਇਹ ਜਿਹੜੀ ਸਾਡਾ ਟ੍ਰੈਡੀਸ਼ਨ ਹੈ, ਇਹ ਜਿਹੜੇ ਯੂਜ਼ਲੈਸ ਆਈਡੀਆਜ਼ ਨੇ, ਬੇਕਾਰ, ਯੂਜ਼ਲੈਸ ਦਾ ਮਤਲਬ ਬੇਕਾਰ ਆਈਡੀਆਜ਼ ਆਉਂਦੇ ਨੇ ਟ੍ਰੈਡੀਸ਼ਨ ਦੇ ਵਿੱਚ, ਕਲਚਰ ਦੇ ਵਿੱਚ, ਅਤੇ ਜਿਹੜੀਆਂ ਬੇਕਾਰ ਵੈਲਿਊਜ਼ ਨੇ, ਕਦਰਾਂ ਕੀਮਤਾਂ। ਦੇਖੋ ਕਦਰਾਂ ਕੀਮਤਾਂ ਕਈ ਯੂਜ਼ਲੈਸ ਵੀ ਹੁੰਦੀਆਂ ਨੇ ਜਿਨ੍ਹਾਂ ਦਾ ਫਾਇਦਾ ਹੀ ਨਹੀਂ ਹੁੰਦਾ। ਤਾਂ ਅਸੀਂ ਇਹਨਾਂ ਦੋਨਾਂ ਤੋਂ ਅਸੀਂ ਫ੍ਰੀ ਹੋਣਾ। ਇਸ ਆਨਸਰ ਦਾ ਮਤਲਬ ਇਹ ਹੈ ਕਿ ਟ੍ਰੈਡੀਸ਼ਨ ਦੇ ਵਿੱਚ ਜੇ ਮਾੜੀਆਂ ਗੱਲਾਂ ਹੈਗੀਆਂ ਨੇ, ਅਸੀਂ ਉਹਨਾਂ ਮਾੜੀਆਂ ਗੱਲਾਂ ਤੋਂ ਫ੍ਰੀ ਹੋਣਾ ਹੈ, ਉਹਨਾਂ ਦੇ ਨਾਲ ਮੇਲ ਨਹੀਂ ਰੱਖਣਾ। ਇਹੀ ਸਾਡੇ ਕੁਐਸਚਨ ਦਾ ਆਨਸਰ। 8th ਕੁਐਸਚਨ, write in your own words the 2 things which Tagore made use of his artistic talents and imagination। ਕਹਿੰਦੇ ਆਪਣੇ ਸ਼ਬਦਾਂ 'ਚ ਤੁਸੀਂ ਲਿਖੋ, write in your own words। own ਦਾ ਮਤਲਬ ਇੱਥੇ ਆਪਣੇ ਹੁੰਦਾ ਹੈ ਕਿ ਤੁਸੀਂ ਆਪਣੇ ਸ਼ਬਦਾਂ 'ਚ ਲਿਖੋ 2 ਗੱਲਾਂ, 2 things, 2 ਗੱਲਾਂ ਲਿਖਣੀਆਂ ਜਿਹੜੀਆਂ ਟੈਗੋਰ ਨੇ ਆਪਣੀਆਂ ਆਰਟਿਸਟਿਕ ਟੈਲੈਂਟਸ ਅਤੇ ਇਮੇਜਿਨੇਸ਼ਨ ਦੇ ਵਿੱਚ ਯੂਜ਼ ਕੀਤੀਆਂ। ਆਰਟਿਸਟਿਕ ਟੈਲੈਂਟ ਤੇ ਇਮੇਜਿਨੇਸ਼ਨ ਦਾ ਜ਼ਿਕਰ ਬੇਟਾ ਸੈਕਿੰਡ ਪੈਰੇ 'ਚ ਆਇਆ। ਇਮੇਜਿਨੇਸ਼ਨ ਦਾ ਮਤਲਬ ਹੁੰਦਾ ਬੇਟਾ ਕਲਪਨਾ। ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਪੋਇਟ ਹੁੰਦਾ ਹੈ ਨਾ, ਉਹ ਆਪਣੀ ਕਲਪਨਾ ਸ਼ਕਤੀ ਦੇ ਨਾਲ ਪੋਇਮਾਂ ਲਿਖਦਾ ਹੈ ਤੇ ਨੈਚੁਰਲੀ ਉਹਦੇ 'ਚ ਫਿਰ ਟੈਲੈਂਟ ਵੀ ਹੁੰਦਾ ਹੈ। ਟੈਲੈਂਟ ਦਾ ਮਤਲਬ ਹੁਨਰ, ਉਹਦੇ 'ਚ ਹੁਨਰ ਵੀ ਹੁੰਦਾ ਹੈ। ਆਰਟਿਸਟਿਕ ਟੈਲੈਂਟ
ਕਿ ਉਹਦਾ ਕਲਾ ਪ੍ਰਤੀ ਹੁਨਰ ਹੈ, ਤਾਂ ਜਿਹੜਾ ਉਹਦਾ ਟੈਲੈਂਟ ਹੈ ਤੇ ਉਸਦੀ ਜਿਹੜੀ ਇਮੈਜੀਨੇਸ਼ਨ ਹੈ ਕਿਸ ਤਰ੍ਹਾਂ ਉਸਨੇ ਯੂਜ਼ ਕੀਤੀ ਹੈ, ਇਹਦੀਆਂ ਬਾਰੇ ਸਾਨੂੰ ਦੋ ਗੱਲਾਂ ਲਿਖਣੀਆਂ ਨੇ। ਤਾਂ ਬੇਟਾ ਦੋ ਸ਼ਬਦ ਆਏ ਸੀਗੇ ਉਸ ਪੈਰੇ 'ਚ, ਮੈਂ ਤੁਹਾਨੂੰ ਬੜੇ ਡਿਟੇਲ 'ਚ ਸਮਝਾਏ ਸੀਗੇ। ਇੱਕ ਸ਼ਬਦ ਆਇਆ ਸੀਗਾ ਫੋਸਟਰਿੰਗ ਦਾ ਫੇਥ, ਇੱਕ ਆਇਆ ਸੀ ਫੋਰਜਿੰਗ ਦਾ ਬੌਂਡ ਚੈਪਟਰ 'ਚ। ਮੈਂ ਤੁਹਾਨੂੰ ਉਦੋਂ ਵੀ ਉਸ ਤੇ ਗੋਲ ਚੱਕਰ ਲਾ ਕੇ ਦੱਸਿਆ ਸੀ ਵੀ ਇਹ ਦੋ ਸ਼ਬਦ ਤੁਸੀਂ ਯਾਦ ਕਰ ਲੈਣੇ ਆ ਬਿਕੋਜ਼ ਇਹ ਆਨਸਰ ਚਾਹਣਗੇ, ਤਾਂ ਉਹੀ ਅਸੀਂ ਯੂਜ਼ ਕੀਤਾ ਬੇਟਾ। He used his artistic talents and imagination for fostering faith in the unity of man and forging bonds of kinship with others. ਉਹਨੇ ਆਪਣਾ ਜਿਹੜਾ ਆਰਟਿਸਟਿਕ ਟੈਲੈਂਟ ਤੇ ਇਮੇਜਿਨੇਸ਼ਨ ਸੀ ਉਹਨੇ ਦੋ ਗੱਲਾਂ 'ਚ ਯੂਜ਼ ਕੀਤਾ ਹੈ। ਟੈਗੋਰ ਜੀ ਨੇ ਆਪਣਾ ਜਿਹੜਾ ਟੈਲੈਂਟ ਸੀਗਾ, ਹੁਨਰ ਸੀ, ਤੇ ਜਿਹੜੀ ਆਪਣੀ ਇਮੇਜਿਨੇਸ਼ਨ ਸੀ ਜੋ ਉਹਨਾਂ ਨੇ ਪੋਇਮਸ ਦੇ ਵਿੱਚ ਯੂਜ਼ ਕੀਤੀ ਹੈ, ਉਹ ਦੋ ਤਰੀਕੇ ਨਾਲ ਯੂਜ਼ ਕੀਤੀ ਹੈ। ਕਿਵੇਂ? ਇੱਕ ਤਾਂ ਯੂਨਿਟੀ ਆਫ ਮੈਨ, ਇਹ ਲੋਕਾਂ ਦੀ ਏਕਤਾ, ਉਸ ਨੂੰ ਮਜ਼ਬੂਤ ਕਰਨ ਦੇ ਲਈ ਫੋਸਟਰਿੰਗ ਫੇਥ, ਉਹਦੇ ਵਿੱਚ ਫੋਸਟਰ ਦਾ ਮਤਲਬ ਹੁੰਦਾ ਬੇਟਾ ਡਿਵੈਲਪ, ਫੇਥ ਦਾ ਮਤਲਬ ਵਿਸ਼ਵਾਸ, ਕਿ ਜਿਹੜੀ ਯੂਨਿਟੀ ਆਫ ਮੈਨ ਦੇ ਫੇਥ ਦੇ ਵਿੱਚ ਉਹ ਲੋਕੀ ਵਿਸ਼ਵਾਸ ਰੱਖਣ, ਫੋਸਟਰਿੰਗ ਕਿ ਉਹਨੂੰ ਡਿਵੈਲਪ ਕਰਨ, ਹੋਰ ਲੋਕੀ ਆਪਸ 'ਚ ਇਕਮਿਕ ਹੋ ਕੇ ਰਹਿਣ, ਤਾਂ ਇਸ ਗੱਲ ਤੇ ਉਹਨਾਂ ਨੇ ਜ਼ੋਰ ਦਿੱਤਾ ਹੈ। ਦੂਸਰਾ, ਦੂਜਿਆਂ ਦੇ ਨਾਲ ਜਿਹੜਾ ਬੌਂਡਸ ਆਫ ਕਿਨਸ਼ਿਪ ਹੈ, ਕਿਨਸ਼ਿਪ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਰਿਸ਼ਤਾ, ਕਿਨਸ਼ਿਪ ਦਾ ਮਤਲਬ ਹੁੰਦਾ ਜਦੋਂ ਜਿਵੇਂ ਪਰਿਵਾਰ ਦੇ ਵਿੱਚ ਇੱਕ ਮਦਰ ਦਾ ਬੇਟੇ ਨਾਲ ਹੁੰਦਾ ਹੈ, ਫਾਦਰ ਦਾ ਆਪਣੀ ਲੜਕੀ ਨਾਲ ਹੁੰਦਾ ਹੈ, ਤਾਂ ਇਹਨੂੰ ਕਿਨਸ਼ਿਪ ਕਹਿੰਦੇ ਆ। ਤਾਂ ਉਹ ਜਿਹੜਾ ਰਿਸ਼ਤਾ ਹੈ ਉਸ ਨੂੰ ਹੋਰ ਮਜ਼ਬੂਤ ਕਰਨਾ ਹੈ। ਫੋਰਜਿੰਗ ਦਾ ਮਤਲਬ ਹੁੰਦਾ ਬੇਟਾ ਮਜ਼ਬੂਤ ਕਰਨਾ, ਕਿ ਉਸ ਰਿਸ਼ਤੇ ਨੂੰ ਮਜ਼ਬੂਤ ਕਰਨਾ ਹੈ। ਇਸ ਤਰੀਕੇ ਦੇ ਨਾਲ ਉਸਨੇ ਆਪਣੇ ਟੈਲੈਂਟ ਅਤੇ ਇਮੇਜਿਨੇਸ਼ਨ ਨੂੰ ਯੂਜ਼ ਕੀਤਾ। ਤਾਂ ਦੋ ਗੱਲਾਂ ਹੋ ਗਈਆਂ। ਉਹ ਕਿਹੜੀਆਂ ਗੱਲਾਂ ਨੇ ਜੋ ਤੁਸੀਂ ਇਸ ਕੁਐਸਚਨ ਦੇ ਵਿੱਚ ਮੇਨ ਰੱਖਣੀਆਂ ਨੇ ਯਾਦ, ਕਿ ਫੋਸਟਰਿੰਗ ਫੇਥ ਇਨ ਦਾ ਯੂਨਿਟੀ ਆਫ ਮੈਨ ਐਂਡ ਫੋਰਜਿੰਗ ਬੌਂਡਸ ਆਫ ਕਿਨਸ਼ਿਪ ਵਿਦ ਅਦਰਸ। ਤਾਂ ਜੇ ਤੁਸੀਂ ਇਹ ਦੋ ਫਰੇਜ਼ਸ ਯਾਦ ਰੱਖੋਗੇ ਤਾਂ ਆਨਸਰ ਯਾਦ ਹੋ ਜਾਊਗਾ। ਉਹਨੂੰ ਲਿਖ ਕੇ ਦੇਖ ਲੈਣ, ਫੋਸਟਰਿੰਗ ਦਾ ਫੇਥ, ਫੋਰਜਿੰਗ ਦਾ ਬੌਂਡ। ਨੌਵਾਂ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਜੀ, ਵੈਰੀ ਇੰਪੋਰਟੈਂਟ ਹੈ। ਦੂਸਰਾ ਵੱਡਾ ਇੰਪੋਰਟੈਂਟ ਕੁਐਸਚਨ ਹੈ, ਕਹਿੰਦਾ ਬੇਸਡ ਔਨ ਦਾ ਇਨਫੋਰਮੇਸ਼ਨ ਅਵੇਲੇਬਲ ਇਨ ਸੈਕਸ਼ਨ 2 ਆਫ ਦਾ ਆਰਟੀਕਲ ਗਿਵ ਅ ਵਰਡ ਪਿਕਚਰ ਆਫ ਰਵਿੰਦਰਨਾਥ ਟੈਗੋਰ। ਸੈਕਸ਼ਨ 2 ਦੇ ਵਿੱਚ ਕੁਝ ਇਨਫੋਰਮੇਸ਼ਨ ਆਈ ਹੈ, ਸੂਚਨਾ ਆਈ ਹੈ ਦੂਜੇ ਸੈਕਸ਼ਨ ਚੈਪਟਰ ਦੇ ਵਿੱਚ, ਉਹਦੇ ਅਨੁਸਾਰ ਬੇਸਡ ਔਨ ਉਹਦੇ ਅਨੁਸਾਰ ਅਸੀਂ ਰਵਿੰਦਰਨਾਥ ਟੈਗੋਰ ਜੀ ਦੀ ਵਰਡ ਪਿਕਚਰ ਦੇਣੀ ਹੈ। ਵਰਡ ਪਿਕਚਰ ਦਾ ਮਤਲਬ ਹੈ ਉਹਨਾਂ ਦੇ ਕਰੈਕਟਰ ਬਾਰੇ ਕੁਝ ਗੱਲਾਂ ਦੱਸਣੀਆਂ ਨੇ, ਕਿੱਦਾਂ ਦੇ ਸੀਗੇ ਉਹ, ਕਿੱਦਾਂ ਦਿਖਦੇ ਸੀ। ਵਰਡ ਪਿਕਚਰ ਇੱਕ ਤਾਂ ਹੁੰਦੀ ਹੈ ਬੇਟਾ ਪਿਕਚਰ ਤਾਂ ਆਪਾਂ ਬਣਾ ਦਿੰਨੇ ਆ ਡਰਾਇੰਗ ਕਰਕੇ, ਉਹਨੂੰ ਪਿਕਚਰ ਕਹਿੰਦੇ ਆ। ਜੇ ਆਪਾਂ ਵਰਡ ਪਿਕਚਰ ਬਣਾਣੀ ਹੋਵੇ ਤਾਂ ਅਸੀਂ ਡਰਾਇੰਗ ਨਹੀਂ ਕਰਦੇ, ਅਸੀਂ ਕੀ ਕਰਦੇ ਆ, ਅਸੀਂ ਉਸ ਪਰਸਨ ਦੇ ਬਾਰੇ ਵਰਡਸ ਲਿਖਦੇ ਆ ਵੀ ਉਹ ਕਿੱਦਾਂ ਦਾ, ਉਹਨੂੰ ਆਪਾਂ ਵਰਡ ਪਿਕਚਰ ਕਹਿੰਦੇ। ਤਾਂ ਅਸੀਂ ਵਰਡ ਪਿਕਚਰ ਬਣਾਣੀ ਹੈ ਜੀ ਰਵਿੰਦਰਨਾਥ ਟੈਗੋਰ ਕਿੱਦਾਂ ਦੇ ਸੀ। ਟੈਗੋਰ ਹੈਡ ਅ ਲਾਈਵਲੀ ਐਂਡ ਗ੍ਰੇਟ ਪਰਸਨੈਲਿਟੀ। ਟੈਗੋਰ ਦੀ ਜਿਹੜੀ ਪਰਸਨੈਲਿਟੀ ਸੀ ਜੀ ਬਹੁਤ ਹੀ ਲਾਈਵਲੀ ਮਤਲਬ ਕਿ ਜੋ ਬੰਦਾ ਪੂਰਾ એનર્ਜੀ ਨਾਲ ਭਰਿਆ ਹੋਵੇ, ਹਮੇਸ਼ਾ ਖੁਸ਼ ਰਹੇ, ਚੜ੍ਹਦੀ ਕਲਾ 'ਚ ਰਹੇ, ਆਪਾਂ ਉਹਨੂੰ ਲਾਈਵਲੀ ਕਹਿੰਦੇ ਆ, ਜਿਹੜਾ ਬੰਦਾ ਚੜ੍ਹਦੀ ਕਲਾ 'ਚ ਰਹੇ। ਤੇ ਗ੍ਰੇਟ ਪਰਸਨੈਲਿਟੀ ਦਾ ਸੀ ਉਹ, ਅਸੀਂ ਬਾਰ-ਬਾਰ ਪੜ੍ਹਿਆ ਚੈਪਟਰ 'ਚ। ਤਾਂ ਇੱਕ ਤਾਂ ਉਹਨਾਂ ਦੀ ਪਰਸਨੈਲਿਟੀ ਬੜੀ ਗ੍ਰੇਟ ਸੀਗੀ ਅਤੇ ਲਾਈਵਲੀ ਸੀ। ਹੀ ਵਾਸ ਟਾਲ, ਲੰਬੇ ਕੱਦ ਦੇ ਸੀ, ਐਂਡ ਰਾਇਲ, ਅਤੇ ਰਾਇਲ ਲੱਗਦੇ ਸੀ, ਸ਼ਾਨਦਾਰ ਲੱਗਦੇ ਸੀ, ਜਿਵੇਂ ਕੋਈ ਰਾਜੇ ਮਹਾਰਾਜੇ ਹੁੰਦੇ ਨਾ, ਐਦਾਂ ਦੇ ਲੱਗਦੇ ਸੀ ਉਹ। ਰਾਇਲ ਦਾ ਮਤਲਬ ਵੈਸੇ ਪੰਜਾਬੀ 'ਚ ਬੇਟਾ ਹੁੰਦਾ ਸ਼ਾਹੀ, ਕਿਸੇ ਸ਼ਾਹੀ ਖਾਨਦਾਨ ਤੋਂ ਲੱਗਦੇ ਸੀ। ਵਿਦ ਫਲੋਇੰਗ ਬੀਅਰਡ, ਅਤੇ ਉਹਨਾਂ ਦੀ ਲੰਬੀ ਸਾਰੀ ਦਾੜੀ ਸੀ। ਬੀਅਰਡ ਦਾ ਮਤਲਬ ਕੀ ਹੁੰਦਾ ਬੇਟਾ, ਦਾੜੀ, ਲੰਬੀ ਸਾਰੀ ਦਾੜੀ ਸੀ। ਐਂਡ ਕਰਲੀ ਹੈਅਰ, ਅਤੇ ਉਹਨਾਂ ਦੇ ਘੁੰਗਰਾਲੇ ਵਾਲ ਸੀ। ਕਰਲੀ ਹੈਅਰ ਸੀਗੇ, ਫਲੋਇੰਗ ਬੀਅਰਡ ਸੀ, ਟਾਲ ਸੀ, ਰਾਇਲ ਸੀ। ਤਾਂ ਤੁਸੀਂ ਇਸ ਤਰੀਕੇ ਨਾਲ ਯਾਦ ਕਰਨਾ ਹੈ ਲਾਈਨ ਨੂੰ, ਟਾਲ, ਰਾਇਲ, ਫਲੋਇੰਗ ਬੀਅਰਡ, ਕਰਲੀ ਹੈਅਰ। ਜਦ ਤੁਸੀਂ ਐਵੇਂ ਚਾਰ ਸ਼ਬਦ ਯਾਦ ਕਰ ਲਏ ਫਿਰ ਲਾਈਨ ਵੀ ਯਾਦ ਹੋ ਜਾਊਗੀ ਈਜ਼ੀਲੀ। He was like a saint or an angel। ਯਾਦ ਕਰੋ ਚੈਪਟਰ ਦੇ ਵਿੱਚ ਇੱਕ ਅਰਨੈਸਟ ਰਾਇਜ਼ ਦਾ ਨਾਮ ਆਇਆ ਸੀ। ਅਰਨੈਸਟ ਰਾਇਜ਼ ਨੇ ਆਪਣੀ ਇੱਕ ਬੁੱਕ ਲਿਖੀ ਸੀ, ਐਵਰੀ ਮੈਨ ਰਿਮੈਂਬਰ, ਕੁਛ ਹੈ ਜੀ ਬੁੱਕ ਦਾ ਨਾਮ ਸੀ, ਮੈਨੂੰ ਐਗਜ਼ੈਕਟਲੀ ਯਾਦ ਨਹੀਂ ਆ ਰਿਹਾ। ਤਾਂ ਉਸ ਬੁੱਕ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਦੋਂ ਰਵਿੰਦਰਨਾਥ ਟੈਗੋਰ ਜੀ ਮੇਰੇ ਘਰੇ ਆਏ ਤਾਂ ਮੈਂ ਬੜਾ ਹੈਰਾਨ ਰਹਿ ਗਿਆ, ਮੈਨੂੰ ਉਹ ਪ੍ਰੋਫੈਟ ਇਸਾਇਆ ਵਰਗੇ ਲੱਗੇ, ਸੰਤ ਇਸਾਇਆ ਲੱਗੇ। ਤਾਂ ਉਹੀ ਆਪਾਂ ਇੱਥੇ ਲਾਈਨ ਲਿਖੀ ਹੈ ਕਿ ਉਹ ਇੱਕ ਸੇਂਟ ਦੀ ਤਰ੍ਹਾਂ ਸੀ, ਸੰਤ ਦੀ ਤਰ੍ਹਾਂ ਸੀ, ਜਾਂ ਇੱਕ ਫਰਿਸ਼ਤੇ ਦੀ ਤਰ੍ਹਾਂ ਲੱਗਦੇ ਸੀ। ਐਂਜਲ ਦਾ ਮਤਲਬ ਹੁੰਦਾ ਬੇਟਾ ਫਰਿਸ਼ਤਾ,
ਜਿਵੇਂ ਕੋਈ ਫਰਿਸ਼ਤਾ ਹੁੰਦਾ ਹੈ, ਜਿਸ ਟਾਈਮ ਉਹ ਅਰਨੈਸਟ ਰਾਇਸ ਕੋਲੇ ਆਏ ਸੀਗੇ, ਉਹਨਾਂ ਨੇ ਵਾਈਟ ਕੱਪੜੇ ਪਾਏ ਹੋਏ ਸੀ, ਉਹਨਾਂ ਨੂੰ ਸੰਤ ਦੀ ਤਰ੍ਹਾਂ ਲੱਗ ਰਹੇ ਸੀ, ਫਰਿਸ਼ਤੇ ਦੀ ਤਰ੍ਹਾਂ ਲੱਗ ਰਹੇ ਸੀ। ਤਾਂ ਅਸੀਂ ਇਹੀ ਲਿਖਿਆ। ਤਾਂ ਬੇਟਾ ਇਹ ਲਾਈਨ ਤੁਸੀਂ ਪੇਪਰ 'ਚ ਜ਼ਰੂਰ ਲਿਖ ਕੇ ਆਣੀ ਹੈ ਜੇ ਕੁਐਸਚਨ ਆ ਜਾਂਦਾ। ਬੜਾ ਸਿੰਪਲ ਆਨਸਰ ਹੈ ਇਹਦਾ, ਤਾਂ ਤੁਸੀਂ ਯਾਦ ਕਰਕੇ ਇੱਕ ਵਾਰੀ ਲਿਖ ਕੇ ਦੇਖ ਲੈਣਾ। ਹਾਂਜੀ, ਸਾਡਾ 10th ਕੁਐਸਚਨ ਹੈ ਕਿ ਇਨ ਵਟ ਸੈਂਸ ਇਜ਼ ਇੰਡੀਆ। ਸੈਂਸ ਦਾ ਮਤਲਬ ਇੱਥੇ ਅਰਥਾਂ ਤੋਂ ਹੈ। ਕਿਹੜੇ ਅਰਥਾਂ ਵਿੱਚ ਭਾਰਤ ਵੇਟ ਡਾਊਨ ਬਾਈ ਹਿਸਟਰੀ। ਮੈਂ ਤੁਹਾਨੂੰ ਦੱਸਿਆ ਸੀਗਾ ਚੈਪਟਰ ਦੀ ਐਕਸਪਲੇਨੇਸ਼ਨ ਕਰਦੇ ਹੋ, ਜਿਹੜਾ ਵੇ ਸ਼ਬਦ ਹੈ ਵੇਟ, ਵੇਟ ਦਾ ਮਤਲਬ ਭਾਰ ਹੁੰਦਾ ਹੈ, ਤੇ ਵੇ ਡਾਊਨ ਦਾ ਮਤਲਬ ਹੁੰਦਾ ਜਦੋਂ ਕਿਸੇ ਤੇ ਭਾਰ ਪੈ ਜਾਂਦਾ ਹੈ। ਵੀ ਮੰਨ ਲਓ ਤੁਹਾਡੇ ਤੇ ਪੇਪਰਾਂ ਦਾ ਭਾਰ ਪੈ ਗਿਆ ਤਾਂ ਤੁਸੀਂ ਵੇ ਡਾਊਨ ਹੋ ਗਏ ਬਾਈ ਐਗਜ਼ਾਮਸ, ਐਂ ਕਹਿ ਦਿੰਦੇ ਆਪਾਂ। ਇੱਥੇ ਕਿਹਾ ਗਿਆ ਵੀ ਕਿਹੜੇ ਅਰਥਾਂ 'ਚ ਕਿਹਾ ਜਾਂਦਾ ਹੈ ਕਿ ਭਾਰਤ ਦੇ ਉੱਪਰ ਹਿਸਟਰੀ ਦਾ ਭਾਰ ਪਿਆ ਹੋਇਆ। ਦੂਸਰਾ, ਪ੍ਰੋਸਟ੍ਰੇਟਿਡ ਬਾਈ ਇਨਵੇਜ਼ਨਸ। ਇਨਵੇਜ਼ਨਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਹਮਲੇ, ਕਿ ਹਮਲੇ ਇੱਥੇ ਹੁੰਦੇ ਰਹੇ ਨੇ, ਪ੍ਰੋਸਟ੍ਰੇਟ ਹੁੰਦੇ ਰਹੇ ਨੇ, ਬਾਰ-ਬਾਰ ਹੁੰਦੇ ਰਹੇ ਨੇ, ਇਨਵੇਜ਼ਨਸ ਹਮਲੇ। ਐਂਡਲੈਸਲੀ ਵੈਸੀਲੇਟਿੰਗ ਫਰੋਮ ਗ੍ਰੇਟਨੈਸ ਟੂ ਡਿਕਲਾਈਨ। ਐਂਡਲੈਸਲੀ ਦਾ ਮਤਲਬ ਕਿ ਨਾ ਰੁਕੇ, ਜਿਹੜੀ ਚੀਜ਼ ਕੋਈ ਨਾ ਰੁਕੇ ਉਹਨੂੰ ਆਪਾਂ ਐਂਡਲੈਸਲੀ ਕਹਿੰਦੇ ਆ। ਵੈਸੀਲੇਟ ਦਾ ਮਤਲਬ ਹੁੰਦਾ ਬੇਟਾ ਡਾਵਾਡੋਲ ਹੋਣਾ। ਵੈਸੀਲੇਸ਼ਨ ਮਤਲਬ ਕਦੇ ਕੋਈ ਚੀਜ਼ ਇੱਧਰ ਜਾਂਦੀ ਹੈ, ਕਦੇ ਜਿਵੇਂ ਪੈਂਡੂਲਮ ਹੁੰਦਾ ਨਾ, ਘੜੀ ਦਾ ਹੁੰਦਾ ਹੈ ਉਹ ਗੋਲਾ ਜਿਹਾ ਪੈਂਡੂਲਮ, ਕਦੇ ਇੱਧਰ ਜਾਂਦਾ ਕਦੇ ਉੱਧਰ ਜਾਂਦਾ, ਉਹਦਾ ਵੈਸੀਲੇਟ ਕਰਦਾ ਹੈ ਉਹ। ਤਾਂ ਵੈਸੀਲੇਟ ਦਾ ਮਤਲਬ ਹੁੰਦਾ ਕਿ ਇੱਧਰ ਉੱਧਰ ਜਾਣਾ, ਡਾਵਾਡੋਲ ਜਿਹਾ ਹੋਣਾ। ਤਾਂ ਜਿਹੜਾ ਕਿਹੜੇ ਅਰਥਾਂ 'ਚ ਭਾਰਤ ਵੈਸੀਲੇਟ ਹੁੰਦਾ ਰਿਹਾ, ਡਾਵਾਡੋਲ ਹੁੰਦਾ ਰਿਹਾ, ਫਰੋਮ ਗ੍ਰੇਟਨੈਸ ਟੂ ਡਿਕਲਾਈਨ। ਗ੍ਰੇਟਨੈਸ ਦਾ ਮਤਲਬ ਮਹਾਨਤਾ ਤੋਂ ਲੈ ਕੇ, ਡਿਕਲਾਈਨ ਦਾ ਮਤਲਬ ਜਦੋਂ ਭਾਰਤ ਉਨਾ ਮਹਾਨ ਨਹੀਂ ਰਿਹਾ, ਇਹਦੇ ਵਿੱਚ ਕੋਈ ਨਾ ਕੋਈ ਦਿੱਕਤ ਆਉਂਦੀ ਰਹੀ ਹੈ। ਤੇ ਉਥਾਨ ਹੋਣਾ, ਪਤਨ ਹੋਣਾ, ਉਹ ਗੱਲ ਚੀਜ਼ ਹੈ ਤੇ ਵੀ ਕਦੇ ਭਾਰਤ ਗ੍ਰੇਟਨੈਸ ਵੱਲ ਗਿਆ ਹੈ, ਕਦੇ ਉਹ ਡਿਕਲਾਈਨ ਵੱਲ ਗਿਆ, ਕਦੇ ਖੁਸ਼ਹਾਲੀ ਹੋਈ ਹੈ, ਕਦੇ ਨਹੀਂ ਹੋਈ। ਤਾਂ ਕਿਹੜੇ ਅਰਥਾਂ 'ਚ ਗੱਲਾਂ ਹੋਈਆਂ ਨੇ? ਤਾਂ ਇਹਦਾ ਆਨਸਰ ਆਪਾਂ ਇੱਕੋ ਹੀ ਬਣਾਇਆ ਜੀ ਕਿ ਇੰਡੀਆ ਹੈਜ਼ ਅ ਵੈਰੀ ਲੌਂਗ ਹਿਸਟਰੀ, ਕਿ ਭਾਰਤ ਦੀ ਹਿਸਟਰੀ ਬਹੁਤ ਹੀ ਜ਼ਿਆਦਾ ਲੰਬੀ ਹੈ, ਇਸ ਕਰਕੇ ਵੇਟ ਡਾਊਨ ਹੈ। ਇਹ ਪਹਿਲੇ ਕੁਐਸਚਨ ਦਾ ਆਨਸਰ ਹੈ। ਦੇਖੋ ਭਾਰਤ ਕੋਈ ਅੱਜ ਦਾ ਤਾਂ ਹੈ ਨਹੀਂ, ਕਿੰਨੇ ਹਜ਼ਾਰ ਸਾਲਾਂ ਤੋਂ ਭਾਰਤ ਵਰਸ਼ ਦੀ ਜਿਹੜੀ ਗੱਲ ਹੈ ਹੁੰਦੀ ਰਹੀ ਹੈ। ਕਿੱਡੀ ਪੁਰਾਣੀ ਹਿਸਟਰੀ ਹੈ ਇੰਡੀਆ ਦੀ। ਅਸੀਂ ਪੜ੍ਹਦੇ ਹਾਂ ਹੜੱਪਾ ਸੱਭਿਅਤਾ, ਕਿੰਨੇ ਪੁਰਾਣੀ ਸੱਭਿਅਤਾ ਉਹ ਵੀ ਭਾਰਤ ਦੀ ਸੱਭਿਅਤਾ ਦਾ ਹਿੱਸਾ ਸੀਗੀ। ਤਾਂ ਇੰਡੀਆ ਦੀ ਹਿਸਟਰੀ ਬਹੁਤ ਲੰਬੀ ਹੈ, ਇਸ ਕਰਕੇ ਵੇਟ ਡਾਊਨ ਰਿਹਾ। ਦੂਸਰਾ, ਇੰਡੀਆ ਹੈਜ਼ ਬੀਨ ਅਟੈਕਡ ਮੈਨੀ ਟਾਈਮਸ ਬਾਈ ਫੋਰਨਰਸ, ਕਿ ਇੰਡੀਆ ਤੇ ਹਮਲਾ ਹੋਇਆ ਮੈਨੀ ਟਾਈਮਸ, ਬਹੁਤ ਵਾਰੀ, ਬਾਈ ਫੋਰਨਰਸ, ਵਿਦੇਸ਼ੀਆਂ ਦੁਆਰਾ। ਫੋਰਨ ਤੋਂ ਬੇਟਾ ਬਣਦਾ ਹੈ ਵਿਦੇਸ਼ੀ, ਫੋਰਨਰ। ਤਾਂ ਵਿਦੇਸ਼ੀ ਲੋਕਾਂ ਨੇ ਇੱਥੇ ਬਾਰ-ਬਾਰ ਹਮਲੇ ਕੀਤੇ ਨੇ। ਇੰਡੀਆ ਹੈਜ਼ ਬੀਨ ਅਟੈਕਡ ਬਾਈ ਮੈਨੀ ਫੋਰਨਰਸ, ਇਸ ਕਰਕੇ ਕਿਹਾ ਗਿਆ ਕਿ ਪ੍ਰੋਸਟ੍ਰੇਟਿਡ। ਦੂਜੇ ਕੁਐਸਚਨ ਦਾ ਆਨਸਰ ਆ ਗਿਆ। ਫਿਰ ਤੀਜਾ ਕੀ ਸੀਗਾ ਕਿ ਭਾਰਤ ਕਦੇ ਗ੍ਰੇਟਨੈਸ ਵੱਲ ਗਿਆ, ਕਦੇ ਡਿਕਲਾਈਨ ਵੱਲ ਗਿਆ। ਕਿਉਂ ਗਿਆ? ਕਿ देयर हैव बीन many periods of greatness and decline in the history of India, ਕਿ ਭਾਰਤ ਦੀ ਹਿਸਟਰੀ ਦੇ ਵਿੱਚ ਬਹੁਤ ਸਾਰੇ ਪੀਰੀਅਡ ਆਏ ਨੇ। ਪੀਰੀਅਡ ਦਾ ਮਤਲਬ ਸਮਾਂ ਆਇਆ ਹੈ। देयर हैव been many periods, ਪੀਰੀਅਡ ਦਾ ਮਤਲਬ ਇੱਥੇ ਸਮਾਂ, ਕਿ ਬਹੁਤ ਸਾਰਾ ਸਮਾਂ ਆਇਆ ਹੈ ਜਦੋਂ ਭਾਰਤ ਦੀ ਹਿਸਟਰੀ ਦੇ ਵਿੱਚ ਕਦੇ ਭਾਰਤ ਗ੍ਰੇਟਨੈਸ ਵੱਲ ਗਿਆ ਅਤੇ ਫਿਰ ਉਹ ਡਿਕਲਾਈਨ ਵੱਲ ਗਿਆ। ਗ੍ਰੇਟਨੈਸ ਤੇ ਡਿਕਲਾਈਨ ਦਾ ਮਤਲਬ ਸਮਝ ਗਿਆ ਨਾ? ਜਦੋਂ ਖੁਸ਼ਹਾਲੀ ਹੁੰਦੀ ਹੈ ਉਹਨੂੰ ਆਪਾਂ ਗ੍ਰੇਟਨੈਸ ਕਹਿੰਦੇ। ਹੁਣ ਮੰਨ ਲਓ ਜੇ ਕੋਈ ਅਟੈਕ ਕਰਦਾ ਹੈ ਤਾਂ ਫਿਰ ਖੁਸ਼ਹਾਲੀ ਨਹੀਂ ਰਹਿੰਦੀ, ਕਿਉਂਕਿ ਫਿਰ ਲੋਕੀ ਵਿਚਾਰੇ ਦੁਖੀ ਰਹਿੰਦੇ ਨੇ, ਘਰ ਉਜੜਦੇ ਉਹਨਾਂ ਦੇ, ਮਾਰ ਕਾਟ ਹੁੰਦੀ ਹੈ, ਤਾਂ ਉਹਨੂੰ ਆਪਾਂ ਡਿਕਲਾਈਨ ਕਹਿੰਦੇ ਹਾਂ। ਤਾਂ ਭਾਰਤ ਫਿਰ ਡਿਕਲਾਈਨ ਵੱਲ ਵੀ ਗਿਆ। ਤਾਂ ਇਹ ਕਈ ਵਾਰੀ ਹੋਇਆ, ਇੱਕ ਵਾਰੀ ਨਹੀਂ ਹੋਇਆ, ਬਹੁਤ ਵਾਰੀ ਹੋਇਆ। 11th ਕੁਐਸਚਨ ਕਿ what would you expect to find in Tagore's poetry? ਇੰਪੋਰਟੈਂਟ ਕੁਐਸਚਨ ਹੈ ਬੇਟਾ ਇਹ। ਐਕਸਪੈਕਟ ਦਾ ਮਤਲਬ ਹੁੰਦਾ ਬੇਟਾ ਆਸ ਕਰਨੀ, ਕਿ ਤੁਸੀਂ ਟੈਗੋਰ ਦੀ ਜਿਹੜੀ ਪੋਇਟਰੀ ਹੈ ਉਹਦੇ ਵਿੱਚ ਕੀ ਆਸ ਕਰਦੇ ਹੋ। what would you expect? ਤੁਸੀਂ ਕੀ ਆਸ ਕਰੋਗੇ ਟੂ ਫਾਈਂਡ, ਜੋ ਤੁਸੀਂ ਲੱਭਦੇ ਹੋ ਕਿਸ 'ਚ? ਟੈਗੋਰ ਦੀ ਪੋਇਟਰੀ 'ਚ, ਰਵਿੰਦਰਨਾਥ ਟੈਗੋਰ ਜੀ ਦੀ ਪੋਇਟਰੀ 'ਚ ਤੁਸੀਂ ਕੀ ਚੀਜ਼ ਲੱਭਦੇ ਹੋ? ਤਾਂ ਤੁਹਾਨੂੰ ਦੱਸਿਆ ਸੀ ਬੇਟਾ, ਉਹਨਾਂ ਨੇ ਪਹਿਲੇ ਹੀ ਦੱਸਿਆ ਸੀ ਕਿ ਹੋਰ ਕੁਝ ਮੇਰੀ ਪੋਇਟਰੀ 'ਚ ਹੋਵੇ ਨਾ ਹੋਵੇ, ਲੇਕਿਨ ਸੱਚਾਈ, ਮੈਂ ਆਪਣੇ ਦਿਲੋਂ ਸੱਚਾਈ ਲਿਖੀ ਆਪਣੀ ਪੋਇਟਰੀ 'ਚ। ਤਾਂ ਉਹੀ ਚੀਜ਼ ਅਸੀਂ ਲੱਭਦੇ ਹਾਂ ਬੇਟਾ। ਤਾਂ ਆਨਸਰ ਇਹੀ ਹੈ ਕਿ ਵੀ ਕੈਨ ਫਾਈਂਡ ਦਾ ਡੀਪੈਸਟ ਟਰੂਥਸ ਆਫ ਹਿਜ਼ ਲਾਈਫ ਇਨ ਹਿਜ਼ ਪੋਇਟਰੀ। ਡੀਪੈਸਟ ਟਰੂਥਸ, ਡੀਪ, ਡੀਪਰ, ਡੀਪੈਸਟ ਡਿਗਰੀਆਂ ਹੁੰਦੀਆਂ ਜੀ ਐਡਜੈਕਟਿਵ ਦੀਆਂ, ਡੀਪ ਦੀਆਂ। ਤਾਂ ਅਸੀਂ ਇੱਥੇ ਡੀਪੈਸਟ ਪਾਣਾ ਹੈ, ਤੇ ਕਿਉਂਕਿ ਡੀਪੈਸਟ ਪਾਇਆ ਤਾਂ ਮੂਹਰੇ ਦਾ ਪਾਣਾ ਹੈ, ਆਰਟੀਕਲ ਪੈਂਦਾ ਜੀ ਤੀਜੀ ਡਿਗਰੀ ਤੋਂ ਪਹਿਲਾਂ। ਤਾਂ ਅਸੀਂ ਉਹਨਾਂ ਦੀ ਪੋਇਟਰੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੀਆਂ
ਡੂੰਘੀਆਂ ਸੱਚਾਈਆਂ ਲੱਭ ਸਕਦੇ, ਡੀਪੈਸਟ ਟਰੂਥਸ ਲੱਭ ਸਕਦੇ। ਟਰੂਥ ਦਾ ਮਤਲਬ ਇੱਥੇ ਕੀ ਹੋ ਗਿਆ? ਸੱਚਾਈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। 12ਵਾਂ ਕੁਐਸਚਨ ਹੈ ਜੀ ਕਿ what is common to the school founded by Rabindranath at Shanti Niketan and Forest Hermitages? ਇਹ ਪਹਿਰਾ ਆਇਆ ਸੀ ਬੇਟਾ ਚੈਪਟਰ 'ਚ। ਤੁਹਾਨੂੰ ਯਾਦ ਹੋਣਾ ਰਵਿੰਦਰਨਾਥ ਟੈਗੋਰ ਜੀ ਦੇ ਫਾਦਰ ਸਾਹਿਬ ਨੇ ਸ਼ਾਂਤੀ ਨਿਕੇਤਨ ਦੀ ਸਥਾਪਨਾ ਕੀਤੀ ਸੀ, ਆਪਾਂ ਪੜ੍ਹਿਆ ਹੈ। ਉਸੇ ਪਹਿਰੇ 'ਚ ਆਇਆ ਸੀਗਾ ਕਿ ਇੱਕ ਪਾਸੇ ਰਵਿੰਦਰਨਾਥ ਟੈਗੋਰ ਜੀ ਦਾ ਸਕੂਲ ਹੈ ਸ਼ਾਂਤੀ ਨਿਕੇਤਨ ਵਾਲਾ, ਦੂਜੇ ਪਾਸੇ ਉਹ ਪੁਰਾਣੇ ਜਿਹੜੇ ਗੁਰੂ ਹੁੰਦੇ ਸੀ ਜੋ ਆਪਣੇ ਆਸ਼ਰਮ ਦੇ ਵਿੱਚ ਸਿੱਖਿਆ ਦਿੰਦੇ ਹੁੰਦੇ ਸੀ, ਆਪਾਂ ਪੜ੍ਹਿਆ ਹੈ। ਉਹਨੂੰ ਆਪਾਂ ਹਰਮਿਟੇਜਿਸ ਕਹਿੰਦੇ ਆ। ਹਰਮਿਟੇਜ ਪਹਿਲਾਂ ਵੀ ਸ਼ਬਦ ਆਇਆ ਸੀ। ਹਰਮਿਟੇਜਿਸ ਸ਼ਬਦ ਕਿਸ ਤੋਂ ਬਣਿਆ ਬੇਟਾ? ਹਰਮਿਟ ਤੋਂ, HERMIT। ਹਰਮਿਟ ਸ਼ਬਦ ਤੁਸੀਂ ਕਈ ਵਾਰੀ ਸੁਣਿਆ। ਤਪਸਵੀ ਹੁੰਦੇ ਆ, ਜਿਹੜੇ ਸੰਤ ਲੋਕ ਹੁੰਦੇ ਉਹਨੂੰ ਆਪਾਂ ਹਰਮਿਟ ਕਹਿੰਦੇ ਆ। ਤੇ ਹਰਮਿਟ ਜਿਹੜੇ ਜਗ੍ਹਾ ਤੇ ਰਹਿੰਦੇ ਨੇ, ਕੁਟੀਆ ਵਗੈਰਾ ਬਣਾ ਕੇ, ਆਸ਼ਰਮ ਵਗੈਰਾ ਬਣਾ ਕੇ, ਉਹਨੂੰ ਆਪਾਂ ਕਹਿੰਦੇ ਆ ਹਰਮਿਟੇਜਿਸ। ਕੁਐਸਚਨ ਇਹ ਹੈ ਕਿ ਇੱਕ ਪਾਸੇ ਅਸੀਂ ਜੰਗਲਾਂ ਦੇ ਵਿੱਚ ਜਿਹੜੇ ਹਰਮਿਟੇਜਿਸ ਹੁੰਦੇ ਆ ਉਹਨਾਂ ਨੂੰ ਦੇਖ ਲਈਏ, ਦੂਜੇ ਪਾਸੇ ਅਸੀਂ ਰਵਿੰਦਰਨਾਥ ਟੈਗੋਰ ਜੀ ਦਾ ਬਣਾਇਆ ਹੋਇਆ ਸਕੂਲ ਦੇਖ ਲਈਏ, ਉਹਨਾਂ ਦੋਨਾਂ ਦੇ ਵਿੱਚ ਕਾਮਨ ਕੀ ਹੈ? What is the common to the school founded by Rabindranath at Shanti Niketan and Forest Hermitage? ਸਮਝ ਆ ਗਿਆ ਕਿ ਸ਼ਾਂਤੀ ਨਿਕੇਤਨ ਗੁਰੂ ਜੀ ਦਾ ਬਣਾਇਆ ਹੋਇਆ ਰਵਿੰਦਰਨਾਥ ਟੈਗੋਰ ਜੀ ਦਾ, ਦੂਜੇ ਪਾਸੇ ਅਸੀਂ ਸੰਤ ਲੋਕਾਂ ਦੇ ਆਸ਼ਰਮ ਦੇਖ ਲਈਏ, ਦੋਨਾਂ ਦੇ ਵਿੱਚ ਇੱਕ ਚੀਜ਼ ਕਾਮਨ ਸਾਨੂੰ ਨਜ਼ਰ ਆਉਂਦੀ ਹੈ। ਉਹ ਚੀਜ਼ ਰਵਿੰਦਰਨਾਥ ਟੈਗੋਰ ਜੀ ਦੇ ਸ਼ਾਂਤੀ ਨਿਕੇਤਨ 'ਚ ਵੀ ਸਾਨੂੰ ਦਿਖਦੀ ਹੈ, ਉਹ ਚੀਜ਼ ਅਸੀਂ ਪੁਰਾਣੇ ਲੋਕਾਂ ਦੇ ਜਿਹੜੇ ਆਸ਼ਰਮ ਸੀਗੇ, ਗੁਰੂਆਂ ਦੇ ਆਸ਼ਰਮ ਸੀ, ਉਹਨਾਂ 'ਚ ਵੀ ਦੇਖਦੇ ਹਾਂ। ਉਹ ਕਿਹੜੀ ਚੀਜ਼ ਹੈ? ਇੰਪੋਰਟੈਂਟ ਕੁਐਸਚਨ ਹੈ ਇਹ। ਤਾਂ ਇਹਦਾ ਆਨਸਰ ਹੈ ਜੀ ਕਿ ਸ਼ਾਂਤੀ ਨਿਕੇਤਨ ਐਂਡ ਫੋਰੈਸਟ ਹਰਮਿਟੇਜਿਸ ਆਰ ਅਵੇ ਫਰੋਮ ਬਿਗ ਸਿਟੀਜ਼। ਪਹਿਲੀ ਗੱਲ, ਵੱਡੇ ਵੱਡੇ ਸ਼ਹਿਰਾਂ ਤੋਂ ਇਹ ਦੋਨੇ ਚੀਜ਼ਾਂ ਦੂਰ ਹੈ। ਜੇ ਤੁਸੀਂ ਬੇਟਾ ਰਮਾਇਣ ਦੇਖੀ ਹੋਵੇ, ਦੁਬਾਰਾ ਫੇਰ ਟੈਲੀਕਾਸਟ ਹੋਈ ਸੀ ਕਰੋਨਾ ਦੇ ਡੇਜ਼ 'ਚ, ਤਾਂ ਰਮਾਇਣ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਹੋਣਾ ਕਿ ਸ਼੍ਰੀ ਰਾਮਚੰਦਰ ਤੇ ਉਹਨਾਂ ਦੇ ਤਿੰਨੇ ਭਰਾ ਭਰਤ, ਸ਼ਤਰੂਘਨ, ਲਕਸ਼ਮਣ, ਇਹ ਮਹਿਲ ਛੱਡ ਕੇ ਬੜੀ ਦੂਰ ਗੁਰੂ ਦੇ ਆਸ਼ਰਮ 'ਚ ਗਏ ਸੀ ਪੜ੍ਹਨ, ਤੇ ਕਾਫੀ ਦੇਰ ਰਹੇ ਸੀ ਉੱਥੇ। ਕਿੰਨਾ ਸਮਾਂ ਚੇਂਜ ਹੋ ਗਿਆ। ਪੁਰਾਣੇ ਸਮੇਂ ਦੇ ਵਿੱਚ ਸਟੂਡੈਂਟਸ ਆਪਣਾ ਘਰ ਛੱਡ ਕੇ ਜਿੱਥੇ ਗੁਰੂ ਰਹਿੰਦੇ ਸੀ ਉਹਨਾਂ ਦੇ ਘਰ 'ਚ ਜਾਂਦੇ ਸੀ। ਹੁਣ ਕੀ ਹੋ ਰਿਹਾ ਹੈ? ਹੁਣ ਸਾਡੇ ਵਰਗੇ ਆਪਣਾ ਘਰ ਛੱਡ ਕੇ ਜਿੱਥੇ ਤੁਸੀਂ ਰਹਿੰਦੇ ਹੋ ਅਸੀਂ ਉੱਥੇ ਆ ਰਹੇ ਹਾਂ ਪੜ੍ਹਾਉਣ। ਤਾਂ ਇੱਥੇ ਪਹਿਲੀ ਲਾਈਨ ਇਹੀ ਹੈ ਕਿ ਸ਼ਾਂਤੀ ਨਿਕੇਤਨ ਤੇ ਫੋਰੈਸਟ ਹਰਮਿਟੇਜਿਸ ਹੈ ਜਿਹੜੇ, ਉਹ ਵੱਡੇ ਸ਼ਹਿਰਾਂ ਤੋਂ ਦੂਰ ਹੈ। ਅਵੇ ਦਾ ਮਤਲਬ ਦੂਰ। ਇੱਕ ਕਾਮਨ ਚੀਜ਼ ਤਾਂ ਇਹ ਹੋਗੀ ਕਿ ਦੋਨੇ ਚੀਜ਼ਾਂ ਬਿਗ ਸਿਟੀਜ਼ ਤੋਂ ਦੂਰ ਹੈ। ਬੋਥ ਹੈਵ ਦਾ ਨੈਚੁਰਲ ਸਰਾਊਂਡਿੰਗਸ। ਨੈਚੁਰਲ ਦਾ ਮਤਲਬ ਤੁਸੀਂ ਜਾਣਦੇ ਹੋ, ਕੁਦਰਤੀ ਨੂੰ ਕਿਹਾ ਜਾਂਦਾ ਹੈ। ਸਰਾਊਂਡਿੰਗ ਦਾ ਮਤਲਬ ਆਲਾ ਦੁਆਲਾ ਕਿਹਾ ਜਾਂਦਾ। ਜੇ ਤੁਸੀਂ ਬੇਟਾ ਉਹ ਰਮਾਇਣ ਵਾਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ, ਤਾਂ ਪੁਰਾਣੇ ਲੋਕਾਂ ਦੇ ਜਿਹੜੇ ਪੁਰਾਣੇ ਲੋਕ ਹੁੰਦੇ ਸੀ, ਜਦੋਂ ਹਰਮਿਟੇਜਿਸ ਚਾਹੁੰਦੇ ਸੀ ਪੜ੍ਹਨ 'ਚ ਜੰਗਲਾਂ 'ਚ, ਉਹ ਜੰਗਲ 'ਚ ਕੀ ਹੈ ਬੇਟਾ? ਨੇਚਰ ਹੈ। ਚਾਰੇ ਪਾਸੇ ਦਰਖਤ, ਝਰਨੇ, ਪਾਣੀ, ਜੰਗਲ ਦੇ ਵਿੱਚ ਕੁਟੀਆਂ ਹੁੰਦੀ ਸੀ ਗੁਰੂਆਂ ਦੀ, ਜਿੱਥੇ ਜਾ ਕੇ ਵੱਡੇ ਵੱਡੇ ਲੋਕਾਂ ਦੇ ਬੱਚੇ, ਈਵਨ ਕਿ ਗਰੀਬ ਲੋਕਾਂ ਦੇ ਬੱਚੇ ਵੀ ਇਕੱਠੇ ਪੜ੍ਹਦੇ ਸੀ। ਤਾਂ ਦੋਨਾਂ ਦੀ ਕੀ ਹੈ ਜੀ? ਨੈਚੁਰਲ ਸਰਾਊਂਡਿੰਗਸ। ਸਰਾਊਂਡਿੰਗ ਦਾ ਮਤਲਬ ਸਮਝੀਏ, ਆਲਾ ਦੁਆਲਾ। ਸਰਾਊਂਡਿੰਗ ਸ਼ਬਦ ਬੇਟਾ ਸਰਾਊਂਡ ਤੋਂ ਬਣਿਆ। ਸਰਾਊਂਡ ਦਾ ਮਤਲਬ ਹੁੰਦਾ ਆਲਾ ਦੁਆਲਾ, ਉਹਦੇ ਪਿੱਛੇ ING ਲਾ ਦੋ ਤਾਂ ਆਲੇ ਦੁਆਲੇ ਨੂੰ ਸਾਰੇ ਨੂੰ ਇਕੱਠੇ ਨੂੰ ਸਰਾਊਂਡਿੰਗ ਕਿਹਾ ਜਾਂਦਾ ਹੈ। 13ਵਾਂ ਕੁਐਸਚਨ ਹੈ ਜੀ ਕਿ ਹਾਊ ਡਿਡ ਟੀਚਰਸ ਐਂਡ ਪਿਊਪਿਲਸ ਇਨ ਫੋਰੈਸਟ ਹਰਮਿਟੇਜਿਸ ਟਰਾਈ ਟੂ ਅਚੀਵ देयर ਹਾਈਐਸਟ ਗੋਲ ਇਨ ਲਾਈਫ
ਨੇਮਲੀ ਹਿਊਮਨ ਫੁਲਫਿਲਮੈਂਟ। ਇਸੇ ਪੈਰੇ ਦੇ ਵਿੱਚ ਨਾ ਇਹ ਗੱਲ ਦਾ ਜ਼ਿਕਰ ਆਂਦਾ ਹੈ ਕਿ ਜਿਹੜੇ ਬੱਚੇ ਸੀਗੇ ਜਾਂ ਟੀਚਰ ਸੀਗੇ ਜਾਂ ਸਟੂਡੈਂਟ ਸੀਗੇ ਜਿਹੜੇ, ਉਹ ਜਦੋਂ ਹਰਮਿਟੇਜਿਸ 'ਚ ਰਹਿੰਦੇ ਸੀ, ਆਸ਼ਰਮਾਂ 'ਚ ਰਹਿੰਦੇ ਸੀਗੇ, ਉਦੋਂ ਕੀ ਚੀਜ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸੀ। ਦੇਖੋ ਅੱਜ ਕੱਲ੍ਹ ਕੀ ਹੋ ਗਈ ਪੜ੍ਹਾਈ, ਅੱਜ ਕੱਲ੍ਹ ਪੜ੍ਹਾਈ ਹੋ ਗਈ ਕਿ ਅਸੀਂ ਪੜ੍ਹਨਾ ਹੈ ਤੇ ਨੌਕਰੀ ਲੈਣੀ ਹੈ। ਅੱਜ ਕੱਲ੍ਹ ਇਹ ਹੋ ਗਿਆ, ਅਸੀਂ ਵਧੀਆ ਪੜ੍ਹਨਾ ਹੈ, ਵਧੀਆ ਜਗ੍ਹਾ ਤੇ ਜਾ ਕੇ ਨੌਕਰੀ ਲੈ ਲੈਣੀ। ਪੁਰਾਣੇ ਸਮੇਂ 'ਚ ਇਹ ਨਹੀਂ ਸੀ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹਰਮਿਟੇਜਿਸ ਹੁੰਦੇ ਸੀਗੇ, ਆਸ਼ਰਮ ਹੁੰਦੇ ਸੀ, ਉਹਨਾਂ ਵਿੱਚ ਜਦੋਂ ਟੀਚਰਸ ਪੜ੍ਹਾਉਂਦੇ ਸੀ ਜਾਂ ਪਿਊਪਲਸ ਇੱਥੇ ਮਤਲਬ ਸਟੂਡੈਂਟਸ ਨੂੰ ਕਿਹਾ ਗਿਆ, ਤਾਂ ਵਿਦਿਆਰਥੀ ਜਿਹੜੇ ਪੜ੍ਹਦੇ ਸੀਗੇ ਉਹ ਨੌਕਰੀ ਲੈਣ ਲਈ ਪੜ੍ਹਾਈ ਨਹੀਂ ਸੀ ਕਰਦੇ, ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਉੱਚਾ ਗੋਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸੀ। ਕੁਐਸਚਨ ਇਹੀ ਹੈ, ਹਾਊ ਦਾ ਮਤਲਬ ਕਿਵੇਂ ਜਿਹੜੇ ਟੀਚਰਸ ਅਤੇ ਵਿਦਿਆਰਥੀ ਸੀਗੇ ਉਹ ਫੋਰੈਸਟ ਹਰਮਿਟੇਜਿਸ ਦੇ ਵਿੱਚ ਪੜ੍ਹਦੇ ਹੋਏ ਆਪਣੀ ਜ਼ਿੰਦਗੀ ਦਾ ਹਾਈਐਸਟ ਗੋਲ ਅਚੀਵ ਕਰਨ ਦੀ ਲਈ ਕੋਸ਼ਿਸ਼ ਕਰਦੇ ਸੀ। ਅਚੀਵ ਦਾ ਮਤਲਬ ਪ੍ਰਾਪਤ ਕਰਨਾ। ਅੱਜ ਕੱਲ੍ਹ ਕੀ ਅਚੀਵ ਕਰਨ ਲਈ ਪੜ੍ਹਦੇ ਨੇ ਜੀ? ਨੌਕਰੀ ਲਈ। ਉਹਨਾਂ ਦਿਨਾਂ ਦੇ ਵਿੱਚ ਉਹ ਕੀ ਚੀਜ਼ ਅਚੀਵ ਕਰਨਾ ਚਾਹੁੰਦੇ ਸੀ ਪੜ੍ਹ ਕੇ? ਕੀ ਉਹਨਾਂ ਦੀ ਹਾਈਐਸਟ ਗੋਲ ਹੁੰਦਾ ਸੀ ਜ਼ਿੰਦਗੀ 'ਚ? ਦਾ ਨਾਮ ਕੀ ਦੱਸਿਆ ਗਿਆ ਜੀ? ਹਿਊਮਨ ਫੁਲਫਿਲਮੈਂਟ। ਕਿ ਜਦੋਂ ਮਨੁੱਖ ਪੂਰੀ ਤੌਰ ਤੇ ਸੰਤੁਸ਼ਟ ਹੋ ਜਾਂਦਾ, ਉਹ ਕਿਵੇਂ ਪ੍ਰਾਪਤ ਹੁੰਦੀ ਸੀ? ਇੱਕ ਵਾਰੀ ਫੇਰ ਸਮਝੋ ਕੁਐਸਚਨ ਕੀ ਹੈ ਕਿ ਹਿਊਮਨ ਫੁਲਫਿਲਮੈਂਟ ਨੂੰ ਪ੍ਰਾਪਤ ਕਿਵੇਂ ਕਰਦੇ ਸੀਗੇ ਪੁਰਾਣੇ ਸਮੇਂ ਦੇ ਪਿਊਪਲਸ ਤੇ ਟੀਚਰਸ? ਇਹ ਕੁਐਸਚਨ ਹੈ। ਚੀਜ਼ ਕਿਹੜੀ ਹੈ ਜੀ? ਹਿਊਮਨ ਫੁਲਫਿਲਮੈਂਟ। ਕਿਵੇਂ ਪ੍ਰਾਪਤ ਕਰਦੇ ਸੀ ਇਹ ਪੁੱਛਿਆ। ਤਾਂ ਆਨਸਰ ਹੈ, ਦਾ ਟੀਚਰਸ ਐਂਡ ਪੀਪਲਸ ਟਰਾਈ ਟੂ ਅਚੀਵ ਇਟ ਬਾਈ ਵਾਈਜ਼ ਥਿੰਕਿੰਗ, ਰਾਈਟ ਲਿਵਿੰਗ ਐਂਡ ਓਨੈਸਟ ਫੇਥ ਇਨ ਗੋਡ। ਐਕਸਪਲੇਨੇਸ਼ਨ ਕਰਦੇ ਹੋਏ ਵੀ ਤਿੰਨ ਚੀਜ਼ਾਂ ਦੇ ਉੱਪਰ ਗੋਲ ਚੱਕਰ ਲਵਾਇਆ ਸੀ, ਯਾਦ ਕਰੋ। ਉਹ ਤਿੰਨ ਚੀਜ਼ਾਂ ਸੀਗੀਆਂ ਜੀ, ਵਾਈਜ਼ ਥਿੰਕਿੰਗ, ਚਾਹੇ ਤੁਸੀਂ ਚੈਪਟਰ ਖੋਲ ਕੇ ਦੇਖ ਲਓ। ਵਾਈਜ਼ ਥਿੰਕਿੰਗ ਕਿ ਆਪਾਂ ਆਪਣੀ ਸੋਚ ਸਿਆਣੀ ਰੱਖੀਏ। ਵਾਈਜ਼ ਥਿੰਕਿੰਗ, ਵਾਈਜ਼ ਦਾ ਮਤਲਬ ਕੀ ਹੁੰਦਾ? ਸਿਆਣਾ। ਥਿੰਕਿੰਗ ਦਾ ਮਤਲਬ ਸੋਚ। ਦੂਸਰੀ ਚੀਜ਼ ਸੀਗੀ ਜੀ ਰਾਈਟ ਲਿਵਿੰਗ, ਕਿ ਆਪਾਂ ਸਹੀ ਜ਼ਿੰਦਗੀ ਬਤੀਤ ਕਰੀਏ। ਰਾਈਟ ਲਿਵਿੰਗ, ਸਹੀ ਜ਼ਿੰਦਗੀ, ਮਾੜੀ ਜ਼ਿੰਦਗੀ ਨਹੀਂ ਬਤੀਤ ਕਰਨੀ, ਰਾਈਟ ਲਿਵਿੰਗ ਕਰਨੀ ਹੈ। ਤੀਸਰੀ ਸੀਗੀ ਜੀ ਓਨੈਸਟ ਫੇਥ ਇਨ ਗੋਡ, ਕਿ ਅਸੀਂ ਪਰਮਾਤਮਾ ਦੇ ਵਿੱਚ ਓਨੈਸਟ ਫੇਥ ਰੱਖੀਏ, ਅਟੁੱਟ ਵਿਸ਼ਵਾਸ ਰੱਖੀਏ। ਆਹ ਤਿੰਨ ਚੀਜ਼ਾਂ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਹਾਈਐਸਟ ਗੋਲ, ਜਿਸ ਨੂੰ ਕਿ ਹਿਊਮਨ ਫੁਲਫਿਲਮੈਂਟ ਕਿਹਾ ਗਿਆ, ਉਹ ਪ੍ਰਾਪਤ ਕਰਦੇ ਸੀਗੇ। ਕੌਣ ਕਰਦੇ ਸੀਗੇ ਜੀ? ਸਾਡੇ ਪੁਰਾਣੇ ਟੀਚਰਸ ਅਤੇ ਸਟੂਡੈਂਟਸ। ਤਾਂ ਤਿੰਨ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਜੀ? ਵਾਈਜ਼ ਥਿੰਕਿੰਗ, ਰਾਈਟ ਲਿਵਿੰਗ, ਓਨੈਸਟ ਫੇਥ ਇਨ ਗੋਡ। ਬਸ ਆ ਤਿੰਨ ਚੀਜ਼ਾਂ ਤੁਸੀਂ ਯਾਦ ਕਰ ਲਓ। ਕੋਰ ਵਰਡਸ ਯਾਦ ਕਰੋ ਹਮੇਸ਼ਾ ਬੇਟਾ। ਜਿਹੜੇ ਸ਼ਾਰਟ ਆਂਸਰ ਟਾਈਪ ਕੁਐਸਚਨਸ ਹੁੰਦੇ ਨਾ, ਰੱਟੇ ਲਾ ਕੇ ਯਾਦ ਨਹੀਂ ਹੁੰਦੇ, ਕਦੇ ਨਹੀਂ ਹੁੰਦੇ ਯਾਦ। ਕੋਰ ਵਰਡ ਸਮਝਦੇ ਹੋ? ਮੁੱਖ ਸ਼ਬਦ। ਕਿ ਮੁੱਖ ਸ਼ਬਦ ਆਪਾਂ ਕਿਹੜੇ ਯਾਦ ਕਰਨੇ ਆ? ਉਹ ਮੁੱਖ ਸ਼ਬਦ ਆ ਨੇ, ਵਾਈਜ਼ ਥਿੰਕਿੰਗ, ਰਾਈਟ ਲਿਵਿੰਗ, ਓਨੈਸਟ ਫੇਥ ਇਨ ਗੋਡ। ਬਸ ਜੇ ਸਾਨੂੰ ਆ ਤਿੰਨ ਸ਼ਬਦ ਆਉਂਦੇ ਨੇ, ਅਸੀਂ ਪੂਰੀ ਲਾਈਨ ਬਣਾ ਸਕਦੇ ਹਾਂ। ਜੇ ਤੁਸੀਂ ਇਹ ਤਿੰਨ ਸ਼ਬਦ ਵੀ ਲਿਖਿਆ ਹੋ ਪੇਪਰ 'ਚ, ਤਾਂ ਵੀ ਆਨਸਰ ਸਹੀ ਹੈ ਤੁਹਾਡਾ, 2 ਨੰਬਰ ਆ ਜਾਣਗੇ। ਇੰਪੋਰਟੈਂਟ ਕੁਐਸਚਨ ਹੈ ਜੀ ਇਹ ਵੀ। ਇਸ ਚੈਪਟਰ ਦੇ ਵਿੱਚੋਂ ਕੁਛ ਨਾ ਕੁਛ ਪੇਪਰ 'ਚ ਬੇਟਾ ਜ਼ਰੂਰ ਆਊਗਾ, ਤਾਂ ਤੁਸੀਂ ਧਿਆਨ ਰੱਖਣਾ। 14 ਕੁਐਸਚਨ ਬੇਟਾ ਬਹੁਤ ਹੀ ਇੰਪੋਰਟੈਂਟ ਹੈ, ਵਨ ਆਫ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ। ਇਹਨੂੰ ਧਿਆਨ ਨਾਲ ਕਰਨਾ, ਬੜਾ ਆਸਾਨ ਵੀ ਹੈ ਇਹ। What according to the author is India's own important mission? According to the author मतलब लेखक अनुसार। According to the मतलब होता है अनुसार, लेखक हो गया author के लेखक अनुसार भारत दा अपना जरूरी मिशन की है? ऑन, OWN, ऑन ਦਾ ਮਤਲਬ ਹੁੰਦਾ ਬੇਟਾ ਆਪਣਾ। ਮਿਸ਼ਨ ਦਾ ਮਤਲਬ ਹੁੰਦਾ ਹੈ ਟੀਚਾ। ਕਿ ਭਾਰਤ ਦਾ ਆਪਣਾ ਟੀਚਾ ਕੀ ਹੈ ਵੀ ਲੇਖਕ ਅਨੁਸਾਰ? ਇੱਥੇ ਲੇਖਕ ਕੌਣ ਹੈ? ਸਰਵਪੱਲੀ ਰਾਧਾ ਕ੍ਰਿਸ਼ਨਨ। ਉਹਨਾਂ ਅਨੁਸਾਰ ਭਾਰਤ ਦਾ ਟੀਚਾ ਕੀ ਹੈ? ਬਸ ਸਿੰਪਲ ਕੁਐਸਚਨ ਹੈ। ਤਾਂ ਆਨਸਰ ਹੈ ਜੀ, ਦਾ ਮਿਸ਼ਨ ਇਜ਼ ਟੂ ਗੈਟ ਦਾ ਪੀਪਲ ਆਫ ਦਾ ਵਰਲਡ ਟੂਗੇਦਰ। ਇਹ ਉਸ ਪੈਰੇ ਚ ਆਇਆ ਸੀ ਕਿ ਭਾਰਤ ਦਾ ਟੀਚਾ ਇਹ ਹੈ ਕਿ ਦੁਨੀਆ ਦੇ ਜਿੰਨੇ ਲੋਕ ਹੈ ਉਹਨਾਂ ਨੂੰ ਸਾਨੇ ਇਕੱਠਾ ਰੱਖਣਾ। ਟੂ ਗੈਟ ਦੀ ਪੀਪਲ ਆਫ ਦਾ ਵਰਲਡ ਟੂਗੇਦਰ। ਤਾਂ ਇਹਦੇ ਚ ਕੋਰ ਵਰਡ ਕਿਹੜਾ ਆ ਗਿਆ? ਕੋਰ ਵਰਡਸ ਕਿਹੜੇ ਆ ਗਏ? ਆ ਵਾਲੇ, ਟੂ ਗੈਟ ਦਾ ਪੀਪਲ ਆਫ ਦਾ ਵਰਲਡ ਟੂਗੇਦਰ। ਟੂਗੇਦਰ ਦਾ ਮਤਲਬ ਇਕੱਠੇ, ਕਿ ਅਸੀਂ ਦੁਨੀਆ ਦੇ ਸਾਰੇ ਇਨਸਾਨਾਂ ਨੂੰ ਇਕੱਠਾ ਕਰਨਾ ਹੈ, ਮਿਲ ਜੁਲ ਕੇ ਰਹਿਣ ਦਾ ਉਹਨਾਂ ਨੂੰ ਸਲੀਕਾ ਸਿਖਾਉਣਾ ਹੈ। ਇਹ ਸਾਡੇ ਭਾਰਤ ਦਾ ਮਿਸ਼ਨ। 15 ਕੁਐਸਚਨ ਹੈ 15ਵਾਂ ਕਿ ਗਿਵ ਐਗਜ਼ਾਮਪਲਸ ਔਰ ਆਰਗੂਮੈਂਟਸ ਟੂ ਸਪੋਰਟ ਦਾ ਸਟੇਟਮੈਂਟ ਯੂਨਿਟੀ ਇਜ਼ ਟਰੂਥ ਐਂਡ ਡਿਵੀਜ਼ਨ ਇਜ਼ ਇਵਲ। ਇਹ ਵੀ ਲਾਈਨ ਬੇਟਾ ਪੂਰੀ ਚੈਪਟਰ चाहिए।
ਲਾਸਟ ਵਾਲੇ ਪੈਰਿਆਂ ਦੇ ਵਿੱਚ ਆਈ ਹੈ। ਇਹ ਲਾਈਨ ਕਿਹੜੀ ਸੀ, ਜਿਹੜੀ ਕੋਰਟ 'ਚ ਲਿਖੀ ਹੋਈ ਹੈ ਕਿ ਯੂਨਿਟੀ ਇਜ਼ ਟਰੁਥ ਐਂਡ ਡਿਵੀਜ਼ਨ ਇਜ਼ ਈਵਲ। ਯੂਨਿਟੀ ਏਕਤਾ ਨੂੰ ਕਿਹਾ ਜਾਂਦਾ ਹੈ ਕਿ ਏਕਤਾ ਸੱਚਾਈ ਹੈ, ਏਕਾ ਸੱਚਾਈ ਹੈ। ਅਤੇ ਜੇ ਅਸੀਂ ਏਕਾ ਨਹੀਂ ਰੱਖਦੇ, ਜਿਹਨੂੰ ਆਪਾਂ ਡਿਵੀਜ਼ਨ ਕਹਿੰਦੇ ਆ, ਡਿਵੀਜ਼ਨ ਦਾ ਮਤਲਬ ਕੀ ਹੁੰਦਾ ਹੈ? ਏਕੇ ਦਾ ਉਲਟ, ਫਟੇ ਹੋਣਾ, ਆਪਸ 'ਚ ਵੱਖ-ਵੱਖ ਹੋਣਾ, ਵਖਰੇਵਾਂ ਕਹਿ ਲਓ ਚਾਹੇ, ਉਹ ਕੀ ਹੈ? ਬੁਰਾਈ ਹੈ। ਈਵਲ ਦਾ ਮਤਲਬ ਬੁਰਾਈ। ਇੱਕ ਵਾਰੀ ਫੇਰ ਕੁਐਸਚਨ ਨੂੰ ਸਮਝਦੇ ਹਾਂ ਕਿ ਲਾਈਨ ਆਈ ਹੈ ਚੈਪਟਰ ਦੇ ਵਿੱਚ, ਯੂਨਿਟੀ ਇਜ਼ ਟਰੁਥ ਐਂਡ ਡਿਵੀਜ਼ਨ ਇਜ਼ ਈਵਲ। ਇਹ ਲਾਈਨ ਚੈਪਟਰ 'ਚ ਆਈ ਹੈ। ਕੀ ਇਹ ਸਹੀ ਲਾਈਨ ਹੈ? ਤਾਂ ਵੀ ਸਪੋਰਟ ਕਰੋ। ਕੀ ਇਹ ਗਲਤ ਹੈ? ਤਾਂ ਵੀ ਦੱਸੋ। ਆਇਆ ਮੈਨੂੰ ਆਪਾਂ ਨੇ ਇਸ ਲਾਈਨ ਨੂੰ ਪ੍ਰੂਵ ਕਰਨਾ ਹੈ, ਇਹਨੂੰ ਸਪੋਰਟ ਕਰਨ ਲਈ। ਤਾਂ ਆਨਸਰ ਹੈ ਜੀ, the truth lies in the unity of the whole world। ਕਿ ਜਿਹੜੀ ਸੱਚਾਈ ਹੈ ਉਹਦਾ ਮਤਲਬ ਹੈ ਕਿ ਸਾਰਾ ਸੰਸਾਰ ਇਕਜੁੱਟ ਹੋਵੇ। ਯੂਨਿਟੀ ਆਫ ਦਾ ਹੋਲ ਵਰਲਡ, ਇਹਦੇ ਵਿੱਚ ਕੀ ਛੁਪਿਆ ਹੋਇਆ ਹੈ? ਸੱਚਾਈ। ਇਹ ਤਾਂ ਸੱਚ ਹੈ। ਸਾਰੇ ਜਣੇ ਕਹਿੰਦੇ ਨੇ ਕਿ ਸਾਰੇ ਸੰਸਾਰ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ, ਸੱਚਾਈ ਹੈ। ਫਿਰ ਬੁਰਾਈ ਕਿਹੜੀ ਹੋਗੀ? the evil lies in the division of the world। ਕਿ ਜੇ ਵਰਲਡ ਡਿਵਾਈਡ ਹੋ ਕੇ ਰਹੂਗਾ, ਇੱਕ ਦੂਜੇ ਤੋਂ ਵੱਖਰਾ ਹੋ ਕੇ ਰਹੂਗਾ, ਤਾਂ ਉਹ ਕੀ ਚੀਜ਼ ਹੈ? ਬੁਰਾਈ ਹੈ। ਇੱਥੇ ਇੱਕ ਬੇਟਾ ਫਰੇਜ਼ ਆਇਆ ਲਾਏ ਇਨ, LIE, ਉਹਦੇ ਪਿੱਛੇ ਇਨ ਪਿਆ ਹੋਇਆ, ਉਹਦੇ ਪਿੱਛੇ ਲਾਏ ਇਨ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਜਦੋਂ ਕਿਸੇ ਚੀਜ਼ ਦੇ ਵਿੱਚ ਮੌਜੂਦ ਹੁੰਦੀ ਹੈ ਉਹਨੂੰ ਆਪਾਂ ਲਾਈਨ ਕਹਿੰਦੇ ਆ। ਤਾਂ ਇੱਥੇ ਕੀ ਹੋਇਆ ਕਿ ਪੂਰੀ ਸੰਸਾਰ ਦੀ ਯੂਨਿਟੀ ਦੇ ਵਿੱਚ ਸੱਚਾਈ ਛੁਪੀ ਹੋਈ ਹੈ, ਇਸੇ ਤਰ੍ਹਾਂ ਪੂਰੇ ਸੰਸਾਰ ਦੇ ਡਿਵੀਜ਼ਨ ਦੇ ਵਿੱਚ ਬੁਰਾਈ ਛੁਪੀ ਹੋਈ ਹੈ। ਇਹ ਆਨਸਰ ਹੈ। 16ਵਾਂ ਕੁਐਸਚਨ ਹੈ ਜੀ ਸਾਡਾ ਕਿ what according to Tagore has helped India to survive। ਫਿਰ ਟੈਗੋਰ ਦੇ ਅਨੁਸਾਰ ਕਿਹੜੀ ਚੀਜ਼ ਨੇ ਭਾਰਤ ਦੀ ਹੈਲਪ ਕੀਤੀ ਹੈ ਕਿ ਉਸਨੇ ਸਰਵਾਈਵ ਕੀਤਾ ਹੈ। ਸਰਵਾਈਵ ਦਾ ਮਤਲਬ ਹੁੰਦਾ ਬੱਚਿਓ, ਜਦੋਂ ਇਨਸਾਨ ਜਿਉਂਦਾ ਰਹਿੰਦਾ ਹੈ, ਮੌਜੂਦ ਰਹਿੰਦਾ ਹੈ ਦੁਨੀਆ 'ਚ, ਉਹਨੂੰ ਆਪਾਂ ਸਰਵਾਈਵ ਕਰਨਾ ਕਹਿੰਦੇ ਹਾਂ। ਕਿਹੜੀ ਚੀਜ਼ ਨੇ ਭਾਰਤ ਨੂੰ ਜਿਉਂਦੇ ਰੱਖਿਆ, ਇਹ ਪੁੱਛਿਆ ਜੀ ਕੁਐਸਚਨ। ਦੇਖੋ ਭਾਰਤ ਤੇ ਇੰਨੇ ਅਟੈਕਸ ਹੋਏ, ਇੰਨਾ ਜ਼ਿਆਦਾ ਇੱਥੇ ਲੋਕਾਂ ਨੇ ਹਮਲੇ ਕੀਤੇ, ਬਾਹਰਲੀਆਂ ਵਿਦੇਸ਼ੀ ਤਾਕਤਾਂ ਨੇ ਹਮਲੇ ਕੀਤੇ। ਕਿਹੜੀ ਚੀਜ਼ ਨੇ ਭਾਰਤ ਨੂੰ ਜਿਉਂਦੇ ਰੱਖਿਆ, ਇਹ ਕੁਐਸਚਨ ਹੈ। India has always been able to have some kind of harmony among all kinds of difficulties and conflicts। ਇਹ ਲਾਈਨ ਸਮਝੋ। ਕਹਿੰਦੇ ਭਾਰਤ ਇਸ ਯੋਗ ਰਿਹਾ ਹਮੇਸ਼ਾ, has always been able ਦਾ ਮਤਲਬ ਹੁੰਦਾ ਹੈ ਯੋਗ ਹੋਣਾ। ਇਸ ਯੋਗ ਰਿਹਾ ਕਿ ਇਸ ਦੇ ਅੰਦਰ ਜਿੰਨੀਆਂ ਵੀ ਡਿਫਿਕਲਟੀਜ਼ ਆਈਆਂ, ਔਖਾ ਸਮਾਂ ਆਇਆ, ਡਿਫਿਕਲਟੀ ਆਪਾਂ ਔਖੇ ਸਮੇਂ ਨੂੰ ਕਹਿੰਦੇ ਆ, ਐਂਡ ਕੌਨਫਲਿਕਟਸ। ਕੌਨਫਲਿਕਟ ਦਾ ਮਤਲਬ ਹੁੰਦਾ ਬੇਟਾ ਝਗੜੇ। ਇਹ ਸ਼ਬਦ ਕਈ ਵਾਰੀ ਚੈਪਟਰ 'ਚ ਆਇਆ ਹੈ। ਜਿੰਨੇ ਵੀ ਭਾਰਤ ਦੇ ਵਿੱਚ ਝਗੜੇ ਵਗੈਰਾ ਹੋਏ ਜਾਂ ਔਖਾ ਸਮਾਂ ਆਇਆ, ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਹਾਰਮਨੀ ਰਹੀ ਹੈ। ਹਾਰਮਨੀ ਦਾ ਮਤਲਬ ਹੁੰਦਾ ਬੇਟਾ ਇਕਸਾਰਤਾ। ਕਿਸੇ ਨਾ ਕਿਸੇ ਤਰੀਕੇ ਦੀ ਭਾਰਤ ਦੇ ਵਿੱਚ ਹਾਰਮਨੀ ਰਹੀ ਹੈ। ਹਾਰਮਨੀ ਰੱਖਣ ਦੇ ਵਿੱਚ ਯੋਗ ਰਿਹਾ ਹੈ ਭਾਰਤ, ਚਾਹੇ ਇੱਥੇ ਜਿੰਨੀਆਂ ਮਰਜ਼ੀ ਡਿਫਿਕਲਟੀਜ਼ ਆਈਆਂ ਨੇ ਜਾਂ ਕੌਨਫਲਿਕਟਸ ਆਏ ਨੇ। ਦਿਸ ਪਾਵਰ ਹੈਜ਼ ਆਲਵੇਜ਼ ਕੈਪਟ ਇੰਡੀਆ ਸਰਵਾਈਵ। ਇਹੀ ਸ਼ਕਤੀ, ਕਿਹੜੀ ਸ਼ਕਤੀ? ਜਿਸ ਸ਼ਕਤੀ ਦੇ ਨਾਲ ਇਹਨੇ ਆਪਣੇ ਆਪ ਨੂੰ ਇੱਕ ਰੱਖਿਆ, ਹਾਰਮਨੀ ਰੱਖੀ ਹੈ, ਉਸ ਸ਼ਕਤੀ ਨੇ ਹਮੇਸ਼ਾ ਭਾਰਤ ਨੂੰ ਜਿਉਂਦੇ ਰੱਖਿਆ ਹੈ। ਕੀਪ ਇੰਡੀਆ ਸਰਵਾਈਵ। ਸਰਵਾਈਵ ਦਾ ਮਤਲਬ ਤੁਹਾਨੂੰ ਦੱਸਿਆ ਜਿਉਂਦੇ ਰੱਖਣਾ, ਕਿ ਭਾਰਤ ਦੇ ਵਿੱਚ ਜਿਹੜੀ ਹਾਰਮਨੀ ਰਹੀ ਹੈ, ਇਸ ਚੀਜ਼ ਨੇ ਭਾਰਤ ਨੂੰ ਜਿਉਂਦੇ ਰੱਖਿਆ। ਚਾਹੇ ਜਿੰਨੇ ਮਰਜ਼ੀ ਇੱਥੇ ਝਗੜੇ ਹੋਏ, ਜਿੰਨੇ ਮਰਜ਼ੀ ਇੱਥੇ ਔਖਾ ਸਮਾਂ ਆਇਆ, ਭਾਰਤ ਇੱਕ ਰਿਹਾ। 17ਵਾਂ ਕੁਐਸਚਨ ਹੈ ਜੀ ਕਿ what work does Tagore want us to join। ਕਿਹੜਾ ਕੰਮ ਟੈਗੋਰ ਜੀ ਚਾਹੁੰਦੇ ਸੀ ਕਿ ਅਸੀਂ ਜੁਆਇਨ ਕਰੀਏ। what work does Tagore want us। ਉਹ ਸਾਡੇ ਤੋਂ ਚਾਹੁੰਦੇ ਸੀ ਕਿ ਅਸੀਂ ਜੁਆਇਨ ਕਰੀਏ ਕਿਸ ਕੰਮ ਨੂੰ। ਇਹ ਲਾਸਟ ਹੈ ਬਿਲਕੁਲ ਚੈਪਟਰ ਦੇ। ਤਾਂ ਆਨਸਰ ਹੈ ਜੀ he wants us to join the work of building up the reconciliation of the old order and the new order। ਚੈਪਟਰ ਦੀ ਐਕਸਪਲੇਨੇਸ਼ਨ ਕਰਦੇ ਤੁਹਾਨੂੰ ਮੈਂ ਦੱਸਿਆ ਸੀ ਕਿ ਉਹ ਇਹ ਚਾਹੁੰਦੇ ਸੀ ਕਿ ਦੇਖੋ, ਇੱਕ ਤਾਂ ਓਲਡ ਆਰਡਰ ਹੈ। ਓਲਡ ਆਰਡਰ ਦਾ ਮਤਲਬ ਜਿਹੜਾ ਪੁਰਾਣਾ ਚੱਲ ਰਿਹਾ ਹੈ ਸਿਸਟਮ, ਤੇ ਹੁਣ ਇੱਕ ਨਿਊ ਆਰਡਰ ਆ ਗਿਆ। ਨਿਊ ਆਰਡਰ ਦਾ ਮਤਲਬ ਜਿਹੜਾ ਨਵਾਂ ਸਿਸਟਮ ਆ ਗਿਆ, ਵੈਸਟਰਨ ਕਲਚਰ ਦਾ ਆ ਗਿਆ ਜਾਂ ਹੋਰ ਜੋ ਵੀ ਆ ਗਿਆ। ਅਸੀਂ ਓਲਡ ਆਰਡਰ ਨੂੰ ਵੀ ਨਹੀਂ ਛੱਡਣਾ, ਅਸੀਂ ਨਿਊ ਆਰਡਰ ਨੂੰ ਵੀ ਅਪਣਾਉਣਾ ਹੈ। ਅਸੀਂ ਓਲਡ ਆਰਡਰ ਦੀਆਂ ਚੰਗੀਆਂ ਗੱਲਾਂ ਅੱਗੇ ਲੈ ਕੇ ਜਾਣੀਆਂ ਨੇ, ਇਸੇ ਤਰ੍ਹਾਂ ਨਿਊ ਆਰਡਰ ਦੀਆਂ ਚੰਗੀਆਂ ਗੱਲਾਂ ਅਸੀਂ ਆਪਣੇ ਕਲਚਰ 'ਚ ਅਪਣਾਉਣੀਆਂ ਨੇ। ਇਹਨੂੰ ਆਪਾਂ ਰੀਕਨਸਾਈਲ ਕਰੀਏ, ਇਹਨਾਂ 'ਚ ਸਮਝੌਤਾ ਰੱਖੀਏ। ਰੀਕਨਸੀਲੀਏਸ਼ਨ ਦਾ ਮਤਲਬ ਹੁੰਦਾ ਬੇਟਾ ਸਮਝੌਤਾ, ਕਿ ਇਹਨਾਂ ਦੋਨਾਂ ਨੂੰ ਅਸੀਂ ਲੈ ਕੇ ਇੱਕ ਵਧੀਆ ਸੰਸਾਰ ਬਣਾਈਏ, ਬਿਲਡ ਅਪ ਕਰੀਏ, ਇਸ ਕੰਮ ਨੂੰ ਜੁਆਇਨ ਅਸੀਂ ਕਰੀਏ। ਇਹ ਕੌਣ ਚਾਹੁੰਦੇ ਸੀਗੇ ਜੀ? ਰਵਿੰਦਰਨਾਥ ਟੈਗੋਰ। ਹੀ ਵਾਂਟਸ ਅਸ, ਉਹ ਚਾਹੁੰਦੇ ਸੀ ਟੂ ਜੁਆਇਨ ਦਾ ਵਰਕ, ਅਸੀਂ ਵਰਕ ਨੂੰ ਜੁਆਇਨ ਕਰੀਏ।
ਕਿਹੜੇ ਵਰਕ ਨੂੰ ਜੁਆਇਨ ਕਰੀਏ, ਉਹ ਬਿਲਡਿੰਗ ਅਪ ਬਣਾਉਣ ਦੇ ਵਰਕ ਨੂੰ, ਕਿਹੜੇ ਬਿਲਡਿੰਗ ਅਪ ਨੂੰ, ਦਾ ਰੀਕਨਸੀਲੀਏਸ਼ਨ ਸਮਝੌਤਾ, ਕਿਹੜਾ ਸਮਝੌਤਾ, ਆਫ ਦੀ 올ਡ ਆਰਡਰ ਐਂਡ ਦਾ ਨਿਊ ਆਰਡਰ ਤੇ 올ਡ ਆਰਡਰ ਦਾ ਸਮਝੌਤਾ। ਇਸ ਚੀਜ਼ ਨੂੰ ਬਣਾਈ ਰੱਖਣ ਦੇ ਲਈ ਅਸੀਂ ਕੰਮ ਕਰੀਏ। ਇਹ ਕੰਮ ਕਰਨ ਨੂੰ ਜੁਆਇਨ ਕਰਨ ਦੇ ਲਈ ਸਾਨੂੰ ਰਵਿੰਦਰਨਾਥ ਟੈਗੋਰ ਜੀ ਕਹਿੰਦੇ ਸੀ। ਤਾਂ ਬੇਟਾ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਸਾਰੇ ਕੁਐਸਚਨ ਜਿਹੜੇ ਆ ਉਹ ਕੰਪਲੀਟ ਕਰ ਲਏ ਆ। 17 ਕੁਐਸਚਨਸ ਹੈ। ਵੈਸੇ ਤਾਂ ਇਹੀ ਇੰਪੋਰਟੈਂਟ ਕੁਐਸਚਨਸ ਹੈ ਜੋ ਚੈਪਟਰ ਚ ਆਉਂਦੇ ਆ। ਜੇ ਬਾਈ ਦੀ ਵੇ ਕੋਈ ਹੋਰ ਵੀ ਬੇਟਾ ਕੁਐਸਚਨ ਆਂਦਾ ਹੈ, ਪੇਪਰ ਦੇ ਵਿੱਚ ਕੋਈ ਹੋਰ ਕੁਐਸਚਨ ਨਹੀਂ ਆਂਦਾ, ਬਟ ਮੰਨ ਲਓ ਜੇ ਕੋਈ ਆ ਵੀ ਜਾਂਦਾ ਹੈ ਤਾਂ ਤੁਸੀਂ ਇਹਦੇ ਵਿੱਚੋਂ ਆਨਸਰਾਂ ਚੋਂ ਹੀ ਤੁਸੀਂ ਬਣਾ ਕੇ ਲਿਖ ਸਕਦੇ ਹੋ ਜਿਹੜੇ ਤੁਸੀਂ ਯਾਦ ਕਰੇ।